घर भी वंडिया दर भी वंडिया ठंडी मिठी छावी वंडी ऐसा कलयुग भी आना सी पुत्रा अपनी मावी वंडी पुत्रा अपनी मावी वंडी। हेलो, सत श्री अकाल, आदाब, नमस्ते। मेरा नाम विपिन कुमार। मैं ਅੰਮ੍ਰਿਤਸਰ ਦਾ ਜੰਪਲ 2012 ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਚਲਾ ਗਿਆ। 2015 ਦੇ ਵਿੱਚ ਐਕਟਿੰਗ ਦੇ ਵਿੱਚ ਸਪੈਸ਼ਲਾਈਜੇਸ਼ਨ ਕਰਕੇ ਪਾਸ ਆਊਟ ਹੋਇਆ। ਮੇਰੇ ਗੁਰੂ ਰਾਜਿੰਦਰ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ, ਨੀਤਾ ਮੋਹਿੰਦਰਾ ਜੀ ਤੇ MK ਰੈਣਾ ਸਾਹਿਬ, ਮੈਂ ਧੰਨਵਾਦ ਕਰਦਾ ਭੂਮੀਆ ਥੀਏਟਰ ਗਰੁੱਪ ਦਾ, ਜਿਨ੍ਹਾਂ ਨੇ 20 ਮੰਚ ਰਾਹੀਂ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਬੜਾ ਚੰਗਾ ਕੰਮ ਕਰ ਰਹੇ ਨੇ। ਇਹਨਾਂ ਮੁਸ਼ਕਿਲ ਸਮੇਂ ਦੇ ਵਿੱਚ ਰੰਗ ਕਰਮ ਨੂੰ ਜ਼ਿੰਦਾ ਰੱਖਣਾ ਸਭ ਤੋਂ ਵਧੀਆ ਗੱਲ ਹੈ। ਅੱਜ ਦੋਸਤੋ, ਅਸੀਂ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਸੁਨਹਿਰੀ ਬੋਲ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਉਹਨਾਂ ਦੇ ਬਾਰੇ ਮੇਰਾ ਕੁਝ ਕਹਿਣਾ ਬਣਦਾ ਤਾਂ ਨਹੀਂ, ਪਰ ਫਿਰ ਵੀ ਮੈਂ ਐਜ਼ ਏ ਹੋਸਟ ਥੋੜਾ ਜਿਹਾ ਕਹਿਣਾ ਚਾਹਾਂਗਾ। ਉਹ ਨੇ ਜਿਨ੍ਹਾਂ ਉੱਤੇ ਸਾਰੇ ਪੰਜਾਬ ਦੇ ਰੰਗ ਕਰਮੀਆਂ ਨੂੰ ਮਾਣ ਹੈ, ਜਿਨ੍ਹਾਂ ਦਾ ਥੀਏਟਰ, ਜਿਨ੍ਹਾਂ ਦਾ ਰੰਗ ਕਰਮ ਸਰਕਾਰਾਂ ਦੀਆਂ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਉਹਨਾਂ ਨੂੰ ਵੰਗਾਰਦਾ ਹੈ, ਜਿਨ੍ਹਾਂ ਦਾ ਸਾਹਿਤ ਦੇ ਵਿੱਚ ਐਸਾ ਯੋਗਦਾਨ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਇੰਸਪਾਇਰ ਕਰਦਾ ਹੈ। ਉਹਨਾਂ ਦੇ ਕਈ ਸਾਰੇ ਲਿਖੇ ਹੋਏ ਨਾਟਕ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਨਾਟਕ ਉਹਨਾਂ ਦਾ ਛਿਪਣ ਤੋਂ ਪਹਿਲਾਂ, ਜਿਨ੍ਹਾਂ ਨੇ ਜਿਹੜੇ ਨਾਟਕ ਨੇ ਉਹਨਾਂ ਨੂੰ ਬਹੁਤ ਪਹਿਚਾਣ ਦਿਲਵਾਈ ਤੇ ਪੰਜਾਬ ਦੀ ਹਰ ਇੱਕ ਰੰਗ ਟੋਲੀ ਨੇ ਉਸ ਨਾਟਕ ਨੂੰ ਖੇਡਿਆ। ਹੋਰ ਵੀ ਬਹੁਤ ਸਾਰੇ ਨਾਟਕ ਉਹਨਾਂ ਨੇ ਲਿਖੇ, ਕਾਲਾ ਲਹੂ, ਕਾਮਾਗਾਟਾ ਮਾਰੂ, ਤਪਸ਼, ਸੂਰਜ ਦਾ ਕਤਲ ਇਤਿਆਦਿ। ਹੋਰ ਕਈ ਸਾਰੀਆਂ ਉਹਨਾਂ ਨੇ ਪੰਜਾਬੀ ਫਿਲਮਾਂ ਵੀ ਕੀਤੀਆਂ ਹੋਈਆਂ ਨੇ, ਧੀਆਂ ਮਰ ਜਾਣੀਆਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮੇਲਾ, ਟ੍ਰੇਨ ਟੂ ਪਾਕਿਸਤਾਨ, ਇਹ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਦਾ ਕੰਮ ਦੇਖਿਆ ਹੋਏਗਾ। 1988 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਸਾਹਿਤ ਕਲਾ ਪਰਿਸ਼ਦ ਦੇ ਵੱਡੇ ਸਨਮਾਨ ਦੇ ਨਾਲ ਨਵਾਜਿਆ। 2005 ਦੇ ਵਿੱਚ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਉਹਨਾਂ ਨੂੰ ਥੀਏਟਰ ਦੇ ਵਿੱਚ ਦਿੱਤੇ ਹੋਏ ਯੋਗਦਾਨ ਦੇ ਲਈ ਨਵਾਜਿਆ। 2008 ਤੇ 9 ਦੇ ਵਿੱਚ ਪੰਜਾਬ ਆਰਟ ਕੌਂਸਲ ਨੇ ਉਹਨਾਂ ਨੂੰ ਐਕਟਿੰਗ ਗੁਰੂ ਦੀ ਪਦਵੀ ਦਿੱਤੀ। ਉਹਨਾਂ ਨੂੰ ਸ਼੍ਰੋਮਣੀ ਨਾਟਕਕਾਰ ਵੀ ਕਿਹਾ ਜਾਂਦਾ ਹੈ, ਨਵਾਜਿਆ ਗਿਆ ਹੈ ਉਹਨਾਂ ਨੂੰ ਸ਼੍ਰੋਮਣੀ ਨਾਟਕਕਾਰ ਦੇ ਖਿਤਾਬ ਦੇ ਨਾਲ। ਤੁਸੀਂ ਉਹਨਾਂ ਦਾ ਨਾਟਕ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਲੱਗੇਗਾ ਕਿ ਸਰਕਾਰ ਦੀ ਕੁਰੀਤੀਆਂ ਦੇ ਖਿਲਾਫ ਕਿੱਦਾਂ ਨਿਡਰ ਹੋ ਕੇ ਕੋਈ ਬੰਦਾ ਗੱਲ ਕਰ ਸਕਦਾ ਹੈ, ਉਹ ਉਹਨਾਂ ਦੇ ਨਾਟਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਬਸ ਉਹਨਾਂ ਦੇ ਲਈ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਉਹ ਹਨ ਸਾਡੇ ਸਾਰਿਆਂ ਦੇ ਹਰਮਨ ਅਜ਼ੀਜ਼ ਦੇਵਿੰਦਰ ਦਮਨ ਜੀ। ਆਓ ਸੁਣਦੇ ਹਾਂ ਉਹਨਾਂ ਦੇ ਸੁਨਹਿਰੀ ਬੋਲ। ਦੋਸਤੋ, ਇਸ ਸਮੇਂ ਜਦੋਂ ਅਸੀਂ ਹੀ ਨਹੀਂ ਬਲਕਿ ਸਾਰਾ ਸੰਸਾਰ ਹੀ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਦੇ ਅਸਰ ਥੱਲੇ ਜੀ ਰਿਹਾ ਹੈ ਔਰ ਸਾਰੀਆਂ ਮਨੁੱਖੀ ਗਤੀਵਿਧੀਆਂ ਬੰਦ ਹੋ ਰਹੀਆਂ ਹਨ। ਕੀ ਵਿਦਿਅਕ ਅਦਾਰੇ, ਕੀ ਅਦਾਲਤਾਂ, ਕੀ ਇੰਡਸਟਰੀ, ਜ਼ਿੰਦਗੀ ਦੀ ਹਰ ਸ਼ੈਲੀ ਦੇ ਉੱਪਰ ਬੜਾ ਭੈੜਾ ਪ੍ਰਭਾਵ ਪੈ ਰਿਹਾ ਹੈ। ਉਸ ਸਮੇਂ ਬੋਹੇਮੀਅਨਜ਼ ਨਾਂ ਦੀ ਸੰਸਥਾ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਕਰਵਾਉਣ ਦੇ ਲਈ ਤਤਪਰ ਹੈ।
ਬੜੀ ਖੁਸ਼ੀ ਦੀ ਗੱਲ ਹੈ। ਇਹ ਬੜੀ ਹਟ ਕੇ ਗੱਲ ਹੈ, क्योंकि जो वोहेमिन्स शब्द का अर्थ है उसका अर्थ ही है हट के कोई काम करना, वो काम करना जो संसार विच हो रहा है उस तो वखरिया होकर काम करना। वोहेमिन चेक भाषा का शब्द है जिहड़ा किसी तरह अंग्रेजी विच समा गया ते अज साडे कोल ये पहुंच गया है। वोहेमिन्स नाम थिएटर संस्था लिए बहुत ही ढुकमा है, क्योंकि थिएटर का जो नेचर है वो भी वोहेमिन्स वर्गी है, वो भी हटके ही चलता है। ये वो कला है जिहड़ियां सारियां कलावां तो वक्री किस्म का अपना प्रभाव मनुखी जिंदगी के उत्ते पाउंदा है। ये वो कला है जो मनुख दे आदि तो ही शुरू हुई है। आदि काल तो जदों मनुख जंगली जीवन ਜਾਂ ਆਦਿਵਾਸੀ ਸੀਗਾ, ਉਦੋਂ ਤੋਂ ਹੀ ਜਦੋਂ ਕਿ ਭਾਸ਼ਾ ਵੀ ਨਹੀਂ ਸੀ, ਇਹ ਕਲਾ ਉਦੋਂ ਹੀ ਪੈਦਾ ਹੋ ਗਈ ਸੀ। ਬਾਕੀ ਕਲਾਵਾਂ ਸਾਰੀਆਂ ਬਾਅਦ ਵਿੱਚ ਪੈਦਾ ਹੋਈਆਂ। ਜਦੋਂ ਅੱਗ ਸੇਕ ਰਹੇ, ਅੱਗ ਦੇ ਉੱਤੇ ਕਿਸੇ ਜਾਨਵਰ ਨੂੰ ਮਾਰ ਕੇ ਪਕਾ ਰਹੇ ਹੁੰਦੇ ਸਨ ਕਬੀਲੇ, ਤਾਂ ਕਬੀਲੇ ਦਾ ਮੁਖੀ ਪੁੱਛਦਾ ਸੀ ਉਸ ਸ਼ਿਕਾਰੀ ਨੂੰ ਕਿ ਕਿਵੇਂ ਮਾਰਿਆ। ਭਾਸ਼ਾ ਤਾਂ ਨਹੀਂ ਹੁੰਦੀ ਸੀ, ਪਰ ਉਹ ਆਪਣੇ ਬਾਕੀ ਦੋਸਤਾਂ ਦੀ ਮਦਦ ਦੇ ਨਾਲ ਇਹ ਦਰਸਾ ਕੇ ਇੱਕ ਤਰ੍ਹਾਂ ਨਾਲ ਐਕਟਿੰਗ ਕਰਕੇ ਦੱਸਦਾ ਸੀ ਕਿ ਇਹਦਾ ਸ਼ਿਕਾਰ ਦੌੜਿਆ, ਇੱਦਾਂ ਸੀ ਉਹਨੂੰ ਘੇਰਿਆ ਤੇ ਇੱਦਾਂ ਸੀ ਉਸਨੂੰ ਮਾਰਿਆ। ਸੋ ਭਾਸ਼ਾ ਤੋਂ ਬਿਨਾਂ ਵੀ ਇਹ ਕਲਾ ਇਸ ਲਈ ਵੱਖਰੀ ਕਲਾ ਵੋਹਿਮਨਸ ਨਾਂ ਨਾਲ ਕਾਫੀ ਇਹਦਾ ਸੰਬੰਧ ਹੈ ਔਰ ਇਸ ਦੇ ਉੱਤੇ ਪੂਰਾ ਉਤਰਦੀ ਹੈ। ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਜਿਉਂ ਦੌਰ ਬਦਲਦੇ ਗਏ, अलग अलग दौर, आदवास तो जगीरदारी दौर, उस तो बाद सरमाएदारी दौर, रजवाड़ाशाही दौर ਜਾਂ कई किस्म के दौरां दे विचों मनुख गुजरिया है। तो उस समय किसी ना किसी रूप दे विच थिएटर ने, रंगमंच ने अपना रूप दिखाया है और कोई मनुखता नूं सुनेहा सदा ही दिंदा रहा है जो मनुख जाति के हक विच होवे, जो मनुख जाति के कल्याण विच होवे। इसलिए दोस्तों, मनुख इस कला ਨੂੰ ਨਾਲ ਲੈ ਕੇ ਪੈਦਾ ਹੋਇਆ ਹੈ। ਬਾਕੀ ਕਲਾਵਾਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਹੈ ਬਾਅਦ ਵਿੱਚ ਪੈਦਾ ਹੋਈਆਂ ਹਨ। ਇਹ ਮਨੁੱਖ ਦੇ ਨਾਲ ਹੀ ਚੱਲੇਗਾ। ਮਹਾਮਾਰੀ ਹੋਵੇ, ਸੰਸਾਰ ਜੰਗ ਹੋਵੇ ਜਾਂ ਹੋਰ ਕਿਸ ਤਰ੍ਹਾਂ ਦੀ ਵੀ ਆਪਦਾ ਹੋਵੇ, ਥੀਏਟਰ ਆਪਣਾ ਕੰਮ ਕਰਦਾ ਹੈ। ਥੀਏਟਰ ਆਪਣਾ ਰੂਪ ਬਦਲ ਲੈਂਦਾ ਹੈ। ਜਦੋਂ ਥੀਏਟਰ ਨੂੰ ਸ਼ੁਰੂ ਦੇ ਵਿੱਚ ਉਹ ਧਰਮ ਦਾ ਪ੍ਰਚਾਰ ਕਰਦਾ ਰਿਹਾ, ਦੇਵੀ ਦੇਵਤਿਆਂ ਦੀ ਪੂਜਾ ਕਰਦਾ ਰਿਹਾ, ਬਾਅਦ ਵਿੱਚ ਹਾਲਾਤ ਬਦਲਦੇ ਗਏ, ਉਹ ਸਿਆਸੀ ਹੁੰਦਾ ਗਿਆ। ਉਸ ਤੋਂ ਬਾਅਦ ਜਦੋਂ ਥੀਏਟਰ ਦੇ ਵਿੱਚ ਹੋਣ ਲੱਗਿਆ, ਕੋਈ ਇਸ ਤਰ੍ਹਾਂ ਦਾ ਨਾਟਕ ਹੁੰਦਾ ਸੀ ਜਿਹੜਾ ਉਸ ਸਮੇਂ ਦੇ ਰਾਜੇ ਨੂੰ, ਰਜਵਾੜੇ ਨੂੰ ਜਾਂ ਹਾਕਮ ਜਮਾਤ ਨੂੰ ਰਾਸ ਨਹੀਂ ਸੀ ਆਉਂਦਾ, ਤਾਂ ਉਹ ਨਾਟਕ ਨੂੰ ਬੈਨ ਕਰ ਦਿੱਤਾ ਜਾਂਦਾ ਸੀ। ਤਾਂ ਥੀਏਟਰ ਕਿੱਥੇ ਪਹੁੰਚਦਾ ਸੀ? ਥੀਏਟਰ ਲੋਕਾਂ ਨਾਲ ਟੁੱਟਦਾ ਨਹੀਂ ਸੀਗਾ, ਥੀਏਟਰ ਲੋਕਾਂ ਕੋਲ ਚਲਾ ਜਾਂਦਾ ਸੀ। ਲੋਕਾਂ ਦੇ ਉੱਤੇ ਥੜੇ ਬਣਾ ਕੇ ਉੱਥੇ ਜਾ ਕੇ ਲੋਕਾਂ ਦੇ ਵਿੱਚ ਖੜਾ ਹੋ ਕੇ ਆਪਣੀ ਗੱਲ ਕਰਦਾ ਸੀ। ਪਰ ਜਦੋਂ ਥੜਿਆਂ ਦੇ ਉੱਤੇ ਵੀ ਪਾਬੰਦੀ ਲੱਗ ਜਾਂਦੀ ਸੀ ਤਾਂ ਉਹ ਗਲੀਆਂ ਦੇ ਵਿੱਚ ਜਾ ਕੇ ਜਾਂ ਲੋਕਾਂ ਦੇ ਵਿਹੜਿਆਂ ਵਿੱਚ ਜਾ ਕੇ, ਜਿਹਨੂੰ ਅਸੀਂ ਸਟਰੀਟ ਪਲੇ ਕਹਿੰਦੇ ਅੱਜ, ਉੱਥੇ ਆਪਣਾ ਸੁਨੇਹਾ ਦਿੰਦਾ ਸੀ। ਸੋ ਥੀਏਟਰ ਉਹੀ ਕੰਮ ਕਰਦਾ ਰਿਹਾ ਜੋ ਵੋਹਿਮਨਸ ਕਰਦੇ ਰਹੇ ਨੇ। ਜੋ ਇਹ ਨਾਂ ਬੜਾ ਢੁਕਮਾ ਹੈ ਔਰ ਬੜੀ ਖੂਬਸੂਰਤ ਗੱਲ ਇਹ ਹੈ ਕਿ ਅਜਿਹੇ ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਅੰਦਰ ਘਬਰਾਹਟ ਹੈ, ਜਦੋਂ ਲੋਕ ਡਰੇ ਹੋਏ ਹਨ, ਉਸ ਸਮੇਂ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਕਰਨਾ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਹੀ ਵੱਡੀ ਗੱਲ ਹੈ। ਮੈਂ ਸਮਝਦਾ ਹਾਂ ਕਿ ਇਹ ਫੈਸਟੀਵਲ ਨੂੰ ਵੱਧ ਤੋਂ ਵੱਧ ਹੁੰਗਾਰਾ ਮਿਲਣਾ ਚਾਹੀਦਾ ਹੈ, ਕਲਾਕਾਰਾਂ ਵੱਲੋਂ ਵੀ, ਦਰਸ਼ਕਾਂ ਵੱਲੋਂ ਵੀ, ਕਿਉਂਕਿ ਬਹੁਤ ਵੱਡੀ ਗੱਲ ਹੈ। ਮੈਂ ਮੁਬਾਰਕਬਾਦ ਦਿੰਦਾ ਵੋਹਿਮਨਸ ਨੂੰ, ਵੋਹਿਮਨਸ ਦੀ ਸਾਰੀ ਟੀਮ ਨੂੰ ਔਰ ਖਾਸ ਤੌਰ 'ਤੇ ਗੁਰਵਿੰਦਰ ਹੋਰਾਂ ਨੂੰ, ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਇਸ ਮੇਲੇ ਨੂੰ ਪ੍ਰਚਾਰਿਆ ਹੈ, ਇਸ ਮੇਲੇ ਨੂੰ ਸੰਯੁਕਤ ਕੀਤਾ ਹੈ, ਇਸ ਮੇਲੇ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਲੈਕਟ੍ਰੋਨਿਕ ਮੀਡੀਆ ਰਾਹੀਂ
ਸਾਡੇ ਤੱਕ ਪਹੁੰਚ ਰਿਹਾ ਹੈ, ਕਿਉਂਕਿ ਇਸ ਸਮੇਂ ਦੇ ਵਿੱਚ ਇਹ ਆਪਣਾ ਰੂਪ ਥੀਏਟਰ ਇਲੈਕਟ੍ਰੋਨਿਕ ਮੀਡੀਆ ਰਾਹੀਂ ਸਾਡੇ ਸਾਹਮਣੇ ਪੇਸ਼ ਹੋ ਰਿਹਾ ਹੈ। ਇਹ ਵੀ ਬੜੀ ਵੱਡੀ ਗੱਲ ਹੈ ਕਿ ਜੋ ਮਨੁੱਖ ਨੇ ਵਿਗਿਆਨ ਦੀ ਕਾਢ ਕੱਢੀ ਤੇ ਅੱਜ ਉਹ ਵਿਗਿਆਨ ਸਾਡਾ ਸਾਥ ਦੇ ਰਿਹਾ ਹੈ ਤੇ ਅਸੀਂ ਥੀਏਟਰ ਲੈ ਕੇ ਲੋਕਾਂ ਤੱਕ ਪਹੁੰਚ ਰਹੇ ਹਾਂ। ਜਦੋਂ ਕਿ ਥੀਏਟਰ ਦੇ ਦਰਵਾਜ਼ੇ, ਥੀਏਟਰ ਦੀਆਂ ਬਿਲਡਿੰਗਾਂ ਦੇ ਦਰਵਾਜ਼ੇ ਬੰਦ ਹੋ ਗਏ ਨੇ, ਲੇਕਿਨ ਅਸੀਂ ਥੀਏਟਰ ਲੈ ਕੇ ਇਲੈਕਟ੍ਰੋਨਿਕ ਮੀਡੀਆ ਰਾਹੀਂ, ਇੰਟਰਨੈਟ ਰਾਹੀਂ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ। ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਆਪਣੀਆਂ ਸ਼ੁਭ ਇਛਾਵਾਂ, ਦਿਲੀ ਸ਼ੁਭ ਇਛਾਵਾਂ ਉਹਨਾਂ ਨੂੰ ਅਰਪਣ ਕਰਦਾ ਹਾਂ। ਪਿਆਰੇ ਦਰਸ਼ਕੋ, ਇਹ ਸੀ ਸੁਨਹਿਰੇ ਬੋਲ ਦਵਿੰਦਰ ਦਮਨ ਜੀ ਦੇ। ਸਾਡੇ ਇਸ 20 ਮੰਚ ਦੇ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਵਰਚੁਅਲ ਥੀਏਟਰ ਦੇ 4 ਸੈਗਮੈਂਟ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਸੁਨਹਿਰੀ ਬੋਲ ਇੱਕ ਸੀ। ਦੂਜਾ ਸੈਗਮੈਂਟ ਹੈ ਰੂਬਰੂ, ਜਿਹਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਪੰਜਾਬੀ ਰੰਗਮੰਚ ਦੀ ਇੱਕ ਜਵਾਨ ਸ਼ਖਸੀਅਤ ਦੇ ਨਾਲ, ਜਿਨ੍ਹਾਂ ਦਾ ਨਾਮ ਹੈ ਵਿੱਕੀ ਮਾਹੇਸਰੀ। ਉਸ ਤੋਂ ਬਾਅਦ ਉਹਨਾਂ ਦੀ ਇੱਕ ਪ੍ਰਸਤੁਤੀ ਪੇਸ਼ੇ ਨਜ਼ਰ ਤੁਹਾਡੇ ਕੀਤੀ ਜਾਏਗੀ। ਉਸ ਪ੍ਰਸਤੁਤੀ ਤੋਂ ਬਾਅਦ ਉਸ ਪ੍ਰਸਤੁਤੀ ਬਾਰੇ ਚਰਚਾ ਕੀਤੀ ਜਾਏਗੀ। तो आइए ਹੁਣ ਅਸੀਂ ਵੱਧਦੇ ਹਾਂ ਆਪਣੇ ਦੂਜੇ ਸੈਗਮੈਂਟ ਦੀ ਤਰਫ, ਜਿਹਦਾ ਨਾਂ ਹੈ ਰੂਬਰੂ। नमस्कार विकी जी। ਨਮਸਕਾਰ ਜੀ ਵਿਪਿਨ ਜੀ, ਤੇ ਇਸ ਮੰਚ ਤੋਂ ਦਰਸ਼ਕ ਜਿਹੜੇ ਇਸ ਮੰਚ ਦੇ ਨਾਲ ਜੁੜੇ ਹੋਏ ਨੇ, ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਇਪਟਾ ਮੋਗਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ। ਪਿਆਰੇ ਦੋਸਤੋ, ਵਿੱਕੀ ਜੀ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ। ਵਿੱਕੀ ਜੀ ਇੱਕ ਬੜੀ ਹੋਣਹਾਰ ਤੇ ਸਮਾਜ ਪ੍ਰਤੀ ਫਿਕਰਮੰਦ ਥੀਏਟਰ ਦੀ ਹਸਤੀ ਨੇ। ਵਿੱਕੀ ਮਹੇਸ਼ਰੀ ਇਪਟਾ ਮੋਗਾ ਗਰੁੱਪ ਚਲਾਉਂਦੇ ਨੇ ਤੇ ਇਹ ਵੀ ਦਵਿੰਦਰ ਦਮਨ ਜੀ ਵਾਂਗ ਹੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਵਾਲ ਕਰਨਾ ਆਪਣੇ ਥੀਏਟਰ ਰਾਹੀਂ ਜਾਣਦੇ ਨੇ। ਇਹਨਾਂ ਦੇ ਨਿਰਦੇਸ਼ਕ ਕੀਤੇ ਹੋਏ ਕੁਝ ਨਾਟਕ ਨੇ ਛਪਣ ਤੋਂ ਪਹਿਲਾਂ ਨਾਗ ਮੰਡਲ, ਪ੍ਰੋਜੈਕਟ ਪੀਈ, ਮਿਊਜ਼ੀਅਮ ਵਗੈਰਾ। 5 ਸਾਲਾਂ ਤੋਂ ਪਿਛਲੇ ਇਹ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਲਗਾਤਾਰ ਪਿਛਲੇ 5 ਸਾਲਾਂ ਤੋਂ ਆਪਣੇ ਨਾਟਕ ਦਾ ਮੰਚਨ ਕਰਦੇ ਆ ਰਹੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਵਿੱਕੀ ਮਹੇਸ਼ਰੀ ਜੀ ਹੋਰਾਂ ਨਾਲ। ਵਿੱਕੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ 20 ਮੰਚ ਵੱਲੋਂ ਕਰਵਾਏ ਜਾ ਰਹੇ ਇਸ ਇੰਟਰਨੈਸ਼ਨਲ ਵਰਚੁਅਲ ਥੀਏਟਰ ਫੈਸਟੀਵਲ ਦੇ ਵਿੱਚ। ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਕਿ ਸੋਸ਼ਲ ਐਕਟਿਵਿਸਟ ਹੁੰਦੇ ਹੁੰਦੇ ਨਾਲ ਨਾਲ ਤੁਸੀਂ ਥੀਏਟਰ ਵੱਲ ਕਿਵੇਂ ਆ ਗਏ? ਵਿਪਿਨ ਜੀ, ਇਸ ਸਵਾਲ ਦਾ ਜਵਾਬ ਦੇਣ ਵੇਲੇ ਮਤਲਬ 10-12 ਸਾਲ ਦੀ ਜਰਨੀ ਦੇ ਵਿੱਚ ਪਿੱਛੇ ਜਾਣ ਦੀ ਜਿਹੜੀ ਉਹ ਜ਼ਰੂਰਤ ਪੈਂਦੀ ਆ। ਉਹਦੀ ਵਜ੍ਹਾ ਇਹ ਆ ਕਿਉਂਕਿ ਕਈ ਵਾਰ ਏਦਾਂ ਦੀਆਂ ਚੀਜ਼ਾਂ ਰੀਕਾਲ ਕਰਨੀਆਂ ਔਖੀਆਂ ਹੋ ਜਾਂਦੀਆਂ ਕਿ ਹਾਲਾਤ ਮੈਨੂੰ ਲੱਗਦਾ ਬੰਦੇ ਨੂੰ ਉਸ ਪੋਜੀਸ਼ਨ 'ਚ ਲੈ ਆਉਂਦੇ ਆ ਕਿ ਜਿਹੜੀ ਗੱਲ ਦੇ ਰਾਹੀਂ ਤੁਸੀਂ ਆਪਦੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਕਰ ਸਕਦੇ ਹੋ ਤੇ ਆਪਦੀ ਗੱਲ ਕਹਿ ਸਕਦੇ ਹੋ। ਮੈਂ ਜੇ ਕਹਾਂ ਤਾਂ ਮੇਰੇ ਲਈ ਚੰਗਾ ਇਹ ਆ ਕਿ ਮਹੇਸ਼ਰੀ ਪਿੰਡ, ਜਿੱਥੇ ਗਦਰੀ ਬਾਬਾ ਨਿਧਾਨ ਸਿੰਘ ਮਹੇਸ਼ਰੀ ਜਿਹੜੇ ਗਦਰ ਪਾਰਟੀ ਦੇ ਬਹੁਤ ਵੱਡੇ ਲੀਡਰ ਰਹੇ, ਉਹਨਾਂ ਦੇ ਪਿੰਡ 'ਚ ਇਹ ਜਿਹੜੀ ਸਭਾ ਨੌਜਵਾਨਾਂ ਦੀ, ਜਿਹਨੂੰ ਆਪਾਂ ਐਕਟਿਵਿਸਟ ਦਾ ਉਹ ਗਰੁੱਪ ਕਹਿੰਦੇ ਆ, ਵਿਦਿਆਰਥੀਆਂ ਤੇ ਨੌਜਵਾਨਾਂ ਦਾ, ਜਦੋਂ ਮੈਨੂੰ ਉਹਦੇ ਨਾਲ ਜੁੜਨ ਦਾ ਮੌਕਾ ਮਿਲਿਆ ਤੇ ਮੈਂ ਵੀ ਜਦੋਂ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਮਾਸਟਰ ਜਸਕਰਨ ਜੀ, ਜਿਹੜੇ ਥੀਏਟਰ 'ਚ ਜੇ ਮੈਂ ਕਹਾਂ ਤੇ ਜਿਨ੍ਹਾਂ ਨੇ ਮੈਨੂੰ ਸਟੇਜ ਤੇ ਖੜਨਾ ਸਿਖਾਇਆ ਤੇ ਮੇਰੇ ਪਹਿਲੇ ਗੁਰੂ ਆ, ਉਹਨਾਂ ਨੇ ਜਦੋਂ ਰਿਹਰਸਲ ਕਰ ਰਹੇ ਸੀ ਤੇ ਮੈਂ ਇੱਕ ਦਿਨ ਦਰਵਾਜ਼ੇ 'ਚ ਖੜਾ ਦੇਖਦਾ ਰਿਹਾ ਤੇ ਉਹਨਾਂ ਨੂੰ ਲੱਗਿਆ ਵੀ ਇਹ ਕੁਛ ਕਰਨਾ ਚਾਹੁੰਦਾ ਜਾਂ ਇਹਦੀ ਇੱਛਾ ਹੈ ਮੰਚ ਤੇ ਆਉਣ ਦੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆ ਜਾ, ਕੋਰੀਓਗ੍ਰਾਫੀ ਤਿਆਰ ਕਰਨੀ ਆ। ਤੇ ਮਤਲਬ ਮੇਰੇ ਲਈ ਉਹ ਦਰਵਾਜ਼ੇ ਦੀ ਦਹਲੀਜ਼ ਪਾਰ ਕਰ ਜਾਣਾ ਮੇਰੀ ਥੀਏਟਰ ਦੀ ਜਿਹੜੀ ਜਰਨੀ, ਜੇ ਅੱਜ ਤੱਕ ਲੋਕਾਂ ਤੋਂ ਜੋ ਕੁਝ ਸਿੱਖ ਰਹੇ ਆ, ਉਹਦੀ ਸ਼ੁਰੂਆਤ ਸੀ। ਸੋ ਉੱਥੋਂ ਜਦੋਂ
ਉਹ ਵਿਚਾਰਧਾਰਕ ਤੌਰ ਤੇ ਵੀ ਕਿਹੜੇ ਨਾਟਕ ਕਰਨ ਦੀ ਲੋੜ ਆ ਜਾਂ ਕਿਉਂ ਲੋਕਾਂ ਦੇ ਮਸਲਿਆਂ ਤੇ ਗੱਲ ਕਰਨ ਦੀ ਲੋੜ ਆ। ਇਹਨਾਂ ਗੱਲਾਂ ਤੇ ਜਦੋਂ ਮਤਲਬ ਸਿਖਾਉਣਾ ਸ਼ੁਰੂ ਕੀਤਾ ਉਹਨਾਂ ਨੇ, ਫਿਰ ਜਦੋਂ ਮੋਗੇ ਪੜ੍ਹਨ ਗਏ ਸ਼ਹਿਰ ਦੇ ਵਿੱਚ, ਉੱਥੋਂ ਦਾ ਜਿਹੜਾ ਰੰਗਮੰਚ ਦੀ ਟੀਮ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ, ਜਿਹਦੀ ਸਰਪ੍ਰਸਤ ਜਿਹੜਾ ਸਟੇਜ ਤੇ ਕੰਮ ਕਰਨ ਵਾਲਾ ਹਰ ਕਲਾਕਾਰ ਆ, ਜਦੋਂ ਤੱਕ ਉਹਦਾ ਮਕਸਦ ਕੇਵਲ ਪੈਸਾ ਕਮਾਉਣਾ ਨਹੀਂ, ਉਦੋਂ ਤੱਕ ਉਹ ਵੀ ਇੱਕ ਐਕਟਿਵਿਸਟ ਦੇ ਰੂਪ ਵਿੱਚ ਹੀ ਹੁੰਦਾ। ਸੋ ਇਹ ਦੋਵੇਂ ਕੰਮ ਜਿਹੜੇ, ਕਿਉਂਕਿ ਨਾਟਕ ਕਰਨਾ ਵੀ ਇੱਕ ਸਮਾਜਿਕ ਤਬਦੀਲੀ ਦੇ ਲਈ ਕੀਤੀ ਜਾਣ ਵਾਲੀ ਸੋਸ਼ਲ ਐਕਟੀਵਿਟੀ ਆ, ਸੋਸ਼ਲ ਐਕਟਿਵਿਜ਼ਮ ਆ, ਥੀਏਟਰ ਐਕਟਿਵਿਜ਼ਮ ਆ। ਉਸੇ ਤਰੀਕੇ ਨਾਲ ਜਦੋਂ ਤੁਸੀਂ ਵਿਦਿਆਰਥੀਆਂ ਦੀ ਮੂਵਮੈਂਟ ਦੇ ਵਿੱਚ ਕੰਮ ਕਰਦੇ ਹੋ, ਜਿੱਦਾਂ ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਮੰਚ ਤੋਂ ਕੰਮ ਕਰਦਾ, ਤੇ ਉਹ ਦੋਵੇਂ ਫੀਲਡਾਂ ਦੇ ਵਿੱਚ ਜਿਹੜੀ ਗੱਲ ਵਿਦਿਆਰਥੀਆਂ ਨੂੰ ਸਮਝਾਉਣ ਦੇ ਲਈ ਜਿੱਥੇ ਭਾਸ਼ਣਾਂ ਦੀ ਜ਼ਰੂਰਤ ਪੈਂਦੀ ਆ, ਉੱਥੇ ਉਹਨਾਂ ਵਿਦਿਆਰਥੀਆਂ ਦੇ ਲਈ ਕਲਾ ਦਾ ਪ੍ਰਯੋਗ ਕਰਦੇ ਆ, ਥੀਏਟਰ ਕਰਕੇ ਜਾਂ ਪਰਫਾਰਮਿੰਗ ਆਰਟਸ ਦੀਆਂ ਹੋਰ ਵਿਧਾਵਾਂ ਪ੍ਰਯੋਗ ਕਰਕੇ, ਜਿਹਦੇ ਚ ਗੀਤ ਸੰਗੀਤ ਆ, ਸਾਰੇ ਤਰ੍ਹਾਂ ਦੀਆਂ ਉਹ ਜਿਹੜਾ ਕੰਮ ਕੀਤਾ ਜਾ ਸਕਦਾ। ਜੇ ਆਪਾਂ ਮਤਲਬ ਜੇ ਸਮਾਨਤਾ ਦੀ ਗੱਲ ਕਰੀਏ, ਮੈਨੂੰ ਲੱਗਦਾ ਹੈ ਇਸ ਦੇਸ਼ ਨੇ ਪਿਛਲੇ ਲਗਭਗ 6 ਮਹੀਨਿਆਂ ਚ, ਜਦੋਂ ਤੋਂ ਪੂਰਾ ਦੇਸ਼ ਸੜਕਾਂ ਤੇ ਆਇਆ ਹੋਇਆ ਸੀ, ਹਰ ਇਨਸਾਨ ਨੇ ਇਹ ਦੇਖਿਆ ਕਿ ਪੂਰਾ ਦੇਸ਼ ਇੱਕ ਆਰਟ ਗੈਲਰੀ ਚ ਬਦਲ ਗਿਆ, ਕਿਉਂਕਿ ਜਿੰਨੀ ਤਰ੍ਹਾਂ ਦੀ ਗ੍ਰੈਫਿਟੀ ਇਸ ਦੇਸ਼ ਦੀਆਂ ਸੜਕਾਂ ਤੇ ਹੋਈ, ਉਹ ਸਭ ਪ੍ਰੋਟੈਸਟ ਕਰਨ ਵਾਲੇ ਵੀ ਸੀ ਤੇ ਕਲਾਕਾਰ ਵੀ ਸੀ। ਜਿੰਨੇ ਨੁੱਕੜ ਨਾਟਕ ਜਾਮੀਆ ਦੇ ਗੇਟ ਤੇ, JNU ਦੇ ਗੇਟ ਤੇ, ਸ਼ਾਹੀਨ ਬਾਗ ਚ ਜਾਂ ਲਾਹੌਰ, ਲਖਨਊ ਦੇ ਵਿੱਚ, ਹਰ ਉਹ ਪ੍ਰੋਟੈਸਟ ਸਾਈਟ ਤੇ ਜਿਹੜੇ ਨੁੱਕੜ ਨਾਟਕ ਹੋ ਰਹੇ ਸੀ, ਉੱਥੇ ਜਾ ਕੇ ਜਿਹੜੀਆਂ ਕਲਾਵਾਂ ਦਾ ਪ੍ਰਦਰਸ਼ਨ ਹੋ ਰਿਹਾ ਸੀ, ਉਹ ਇੱਕੇ ਵੇਲੇ ਸਮਾਜਿਕ ਕਲਾ ਦਾ ਪ੍ਰਦਰਸ਼ਨ ਵੀ ਸੀ, ਐਕਟਿਵਿਜ਼ਮ ਵੀ ਸੀ, ਤੇ ਨਾਲ ਦੀ ਨਾਲ ਇੱਕ ਥੀਏਟਰ ਐਕਟੀਵਿਟੀ ਸੀ। ਮੇਰੇ ਲਈ ਇਹ ਦੋਨੇ ਚੀਜ਼ਾਂ ਇੱਕ ਦੂਸਰੇ ਤੋਂ ਬਿਲਕੁਲ ਭਿੰਨ ਨਹੀਂ, ਇੱਕੋ ਰਾਸਤੇ ਤੇ ਚੱਲਣ ਵਾਲੀਆਂ ਨੇ। ਸਿਰਫ ਇੱਕ ਮੰਚ ਤੇ ਬਹੁਤ ਸਾਰੀ ਰਿਹਰਸਲ ਕਰਕੇ, ਇੱਕ ਗਰੁੱਪ ਚ ਰਿਹਰਸਲ ਕਰਕੇ ਹੁੰਦੀ ਆ, ਤੇ ਦੂਜੀ ਐਕਟੀਵਿਟੀ ਜਿਹੜੀ ਤੁਸੀਂ ਸਮਾਜ ਦੇ ਵਿੱਚੋਂ ਹੀ, ਭਾਸ਼ਣ ਵੀ ਉਸੇ ਵਿੱਚੋਂ ਹੀ ਨਿਕਲਦਾ ਤੇ ਨਾਟਕ ਵੀ ਉਸੇ ਸਮਾਜ ਦੇ ਵਿੱਚੋਂ ਨਿਕਲਦਾ। ਬਹੁਤ ਬਹੁਤ ਵਧੀਆ ਤੁਸੀਂ ਇਹਨੂੰ ਬਿਆਨ ਕੀਤਾ ਵਿੱਕੀ ਜੀ। ਮੈਂ ਸਿਰਫ ਇੰਨਾ ਪੁੱਛਣਾ ਚਾਹਾਂਗਾ, ਤੁਸੀਂ ਕਿਹਾ ਕਿ ਜਦੋਂ ਤੱਕ ਕੋਈ ਪੈਸਾ ਕਮਾਉਣ ਨੂੰ ਪਰਾਂ ਰੱਖ ਕੇ, ਜਦੋਂ ਤੱਕ ਉਹ ਥੀਏਟਰ ਕਰਦਾ ਹੈ, ਰੂਬਰੂ ਦੇ ਵਿੱਚ ਆਪਣੀ ਗੱਲ ਨੂੰ ਅੱਗੇ ਵਧਾਉਣ ਦਾ, ਅਗਲੇ ਸੈਗਮੈਂਟ ਵੱਲ ਵਧਾਉਣ ਦਾ। ਤੇ ਹੁਣ ਅਸੀਂ ਵੱਧਦੇ ਹਾਂ ਅੱਜ ਦੀ ਪੇਸ਼ਕਾਰੀ, ਜੋ ਕਿ ਵਿੱਕੀ ਜੀ ਦੀ ਟੀਮ ਪ੍ਰਸਤੁਤ ਕਰਨ ਜਾ ਰਹੀ ਹੈ, ਪੇਸ਼ੇ ਨਜ਼ਰ ਦੇ ਵਿੱਚ ਆਟੋਪਸੀ ਆਫ ਡਿਕੋਟੋਮੀ। Family, exhausted by walk and waiting, far out on the empty express, look at the stranded individuals, These migrants come from within India. Second, they are low-income workers who are informally silence and wipe away every word. इस तरीके से कैसे अपनी जान की परवाह किए बिना हजारों की संख्या में चले जा रहे हैं? कहां तक जाएंगे? कुछ लोग बिहार जा रहे हैं, कुछ लोग यूपी जा रहे हैं। क्यों नहीं उन्हें रोका जा रहा है? क्यों नहीं उनके खाने पीने का इंतजाम नहीं किया जा रहा है? Focus of the unorganized sector. आप कहाँ जा रहे हो? कोई लाल किला के आसपास और कोई गांधीनगर में, इन सभी का कहना है कि जब से लॉकडाउन हुआ है, इनकी रोजी रोटी खत्म हो चुकी है। ना तो इनका अपना है, खरीदारी का 280 रुपये
careless attitude of some police. Apart from battling fatigue, hunger, and thirst, they have been mistreated by devils. It is happening on 5, and there are 3 little children, and I'll show you some here. This one cycle, a child is sitting, one is walking, and one is, the mother is carrying. And the family of 5 has to walk about 300 kilometers to get home. And you just imagine how difficult they are on their As criticism grew against the high-handedness and concept of it have become In the middle of a collapsing world, a young man is resting on his back, wearing headphones and metallic sunglasses. Even as the others are desperate for a ride. हम मजदूर जो रहते हैं आपकी गली की किसी नुक्कड़ में, मोहल्ले की किसी नुक्कड़ में, कस्बों की किसी नुक्कड़ में, आपके शहरों की किसी नुक्कड़ में, जो सूरज की पहली किरण फूटने से पहले निकल पड़ते हैं मोहल्लों को, शहरों को, कस्बों को, आपकी गली को, आपके घरों को। हाँ, हाँ। आपकी आँख खुलने से पहले आपका कचरा उठाने, ताकि आप देख सकें खिलखिलाते फूल, हंसते चेहरे और चलती गाड़ियां, ताकि आपको ना देखना पड़े आप ही की पाई हुई गंदगी। ਜਦੋਂ ਤੁਸੀਂ ਆਪਣੇ ਘਰ ਲੱਗੇ ਸ਼ੈਂਕ ਦੇ ਉੱਤੇ ਛੋਟਾ ਜਿਹਾ ਦਾਅ ਦੇ ਕੇ ਚੀਕ ਉੜਦੇ ਹੋ ਆਪਣੇ ਘਰ ਕੰਮ ਕਰਦੀ ਮਜ਼ਦੂਰ औरत ਤੇ, जब कमोड पे लगे किसी निशान के लिए गालियां लेती हैं हमारी औरतें, जो फर्श पे पोछा लगाने के बाद भी छूट जाता है कोई छोटा सा धब्बा आपके चिल्लाने को वजह देने के लिए। क्षण, उसी क्षण, ठीक उसी क्षण हम उतरे होते हैं किसी काले गहरे गड्ढे में, हम उतरे होते हैं किसी काले गहरे खड्डे में, लोहे के ढक्कन के उस पार जिसके ऊपर से दन दनादन गुजरती हैं आपकी गाड़ियां, जिसको आपके बच्चे साइंस की किताब में पढ़ते हैं किसी फर्जी ब्लैक होल के नाम से। आप ही की पैदा की हुई गटर की गंदगी की बदबू में सिर्फ कीड़े नहीं पनपते, हमें भी रहना पड़ता है हाथ में
थामे हुए किसी पैरासाइट की तरह। स्माइल। हम निकल आते हैं उस ब्लैक होल में से और ले आते हैं अपने साथ काले घेरे की गंदगी, जो कई बार रगड़ रगड़ के नहाने के बाद भी नहीं निकलते। हमारी जिंदा जिस्म के मुर्दा रोमों से, हमारे कानों से, हमारी आंखों के कों से, हमारे हाथों और पैरों के नाखूनों से रगड़ रगड़ कर धोने के बाद भी नहीं निकलती उस ब्लैक होल की गंदगी जिसमें आपका मल रहता है। चलो भी चलो, चलो चलो चलो। चलो चलो लगो काम पे। मेरी माँ ने मुझे अपनी पीठ से बांधकर उठाई थी ईंटों की पहली कतार। वो ईंटें जो उस बिल्डिंग की नींव में लगी हुई है, जिसकी 20वीं मंजिल में रहता है तुम्हारा परिवार। उसी बिल्डिंग को बनाने के लिए सर पे ईंटें, पत्थर, कंकड़, सीमेंट उठाकर हजारों चक्कर लगाए होंगे। ऊपर से नीचे, नीचे से ऊपर, ऊपर से फिर नीचे, नीचे से फिर ऊपर। लिफ्ट से नहीं, सीढ़ियों से, ताकि आपके बच्चे को दी जाए घर की एक छत। साहब जी ले लो, साहब जी ले लो, साहब जी
सब्जी ले लो, सब्जी सब्जी ले लो, सब्जी। ताजी ताजी सब्जी। याद है आपको, मैं आती हूँ आपकी गली में सब्जी बेचने। जब आप गली हुई शिमला मिर्च का टुकड़ा बाहर रख देती हैं तो मैं उसे फेंकती नहीं, अपने पास रख लेती हूँ ताकि शाम को अपने बच्चों का पेट भर सकूं। असी मजदूर जो किते भी नहीं। कितने सपने लेकर के आए थे इस शहर में, अब एक टूटा हुआ चप्पल है जो हाथ में लेकर के जा रहे हैं। किसी से 500 की साइकिल ली थी, वो भी टूट गई। गांव तो जाना है, 500 किलोमीटर चल पड़े, 200 और है, गांव तो जाएंगे, जाना पड़ेगा। 2 दिन से कुछ नहीं खाया, अब गांव जाएंगे वहीं कुछ खाएंगे। चले जाएंगे अपने बच्चों को लेके, चले जाएंगे अपने बच्चों को लेके। पैदल पैदल जाएंगे साहब, जो कुछ मिल गया तो चले जाएंगे, नहीं तो पैदल 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 जाएंगे और पैदल पैदल। क्या करे साहब, कितने दिनों से कुछ नहीं खाया, क्या करे, कहाँ जाए, कुछ समझ में नहीं आ रहा। अपने गांव जाएंगे, उधर दाना पानी है, खेती है तो कुछ खा लेंगे, कुछ समझ में नहीं आ रहा।
है नहीं, बच्चा भूखा है हमारा। वो मकान मालिक पैसा मांग रहा था, पैसा तो नहीं था तो उसने घर से बाहर निकाल दिया। बोला अगर पैसा है तो रहो, नहीं तो जहीं जाना है यहाँ। 1000 किलोमीटर पैदल चल चुके हैं साहब। अभी बोल रहे हैं कि बस चलानी है, लेकिन वो 5000 रुपए टिकट मांग रहा है। अभी इतने पैसे तो नहीं है हमारे पास। आप ही बताइए कैसे जाएंगे हम वो घर पे। चप्पल तो टूट गई साहब, हर सड़क पैर खा चुकी है।
ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ। ਤੁਸੀਂ ਪੇਸ਼ੇ ਨਜ਼ਰ ਦੇ ਵਿੱਚ ਦੇਖੀ ਬਹੁਤ ਹੀ ਵਧੀਆ ਪੇਸ਼ਕਾਰੀ ਆਟੋਪਸੀ ਆਫ ਦਿਖੋਤਮੀ, ਜਿਹਦੇ ਨਿਰਦੇਸ਼ਕ ਹਨ ਵਿੱਕੀ ਮਾਹੇਸਰੀ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਸਿੰਬੋਲਿਜ਼ਮ, ਮਟੀਰੀਅਲਿਸਟਿਕ ਅਪਰੋਚ ਦੇ ਨਾਲ ਨਾਟਕ ਨੂੰ ਬਣਾਉਣਾ, ਉਹਨੂੰ ਖੇਡਣ ਦੀ ਹਿੰਮਤ ਕਰਨਾ ਆਪਣੇ ਆਪ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ। ਐਸਾ ਕੰਮ ਸਾਡੇ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਨੀਲਮ ਮਾਨ ਸਿੰਘ ਚੌਧਰੀ ਜੀ ਕਰਦੇ ਨੇ, ਜਿਨ੍ਹਾਂ ਨੇ ਇਸ ਸ਼ੈਲੀ ਨੂੰ ਲੈ ਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬੀ ਥੀਏਟਰ ਨੂੰ ਜਿਹੜਾ ਹੈ, ਪੰਜਾਬੀ ਥੀਏਟਰ ਦਾ ਮਾਣ ਵਧਾਇਆ ਹੈ। ਤੇ ਉਸ ਤੋਂ ਬਾਅਦ ਜੇ ਮੈਂ ਇਹ ਕੰਮ ਦੇਖ ਰਿਹਾ ਪੰਜਾਬ ਦੇ ਵਿੱਚ, ਤਾਂ ਵਿੱਕੀ ਮਾਹੇਸਰੀ ਦਾ ਹੀ ਕੰਮ ਦੇਖਣ ਨੂੰ ਮੈਨੂੰ ਮਿਲ ਰਿਹਾ ਹੈ। ਵੈਲ ਡਨ ਵਿੱਕੀ, ਬਹੁਤ ਅੱਛੀ ਪ੍ਰਸਤੁਤੀ ਤੁਹਾਡੀ, ਬਹੁਤ ਅੱਛਾ ਐਕਸਪੈਰੀਮੈਂਟ, ਬਹੁਤ ਅੱਛੀ ਕੋਸ਼ਿਸ਼ ਜੇ ਮੈਂ ਕਹਾਂ, ਮੈਨੂੰ ਪਸੰਦ ਆਈ। ਸ਼ੁਕਰੀਆ ਭਾਜੀ। ਅਸੀਂ ਡੈਫੀਨੇਟਲੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮਤਲਬ ਜੇ ਮੈਂ ਇਹ ਕਹਾਂ ਵੀ ਆਡੀਅנס ਨੂੰ ਇਹ ਪਸੰਦ ਆਈ ਹੋਵੇਗੀ ਤੇ ਸ਼ਾਇਦ ਮੈਂ ਕੋਈ ਗੁਨਾਹ ਕਰ ਜਾ। ਮੈਂ ਸਮਝਦਾ ਕਿ ਇਹ ਤਸਵੀਰਾਂ ਜੋ ਸੜਕਾਂ ਤੋਂ ਸਟੇਜ ਤੇ ਮੰਚ ਤੇ ਉਤਰ ਆਉਂਦੀਆਂ, ਇਹ ਤਸਵੀਰਾਂ ਜਲਦੀ ਖਤਮ ਹੋ ਜਾਣ ਤਾਂ ਕਿ ਸੜਕਾਂ ਤੇ ਨਾ ਰਹਿਣ। ਸੁਸਾਇਟੀ ਸਾਰਿਆਂ ਲਈ ਸੋਹਣੀ ਹੋਵੇ ਤਾਂ ਕਿ ਮੰਚ ਤੇ ਵੀ ਖੂਬਸੂਰਤ ਨਜ਼ਾਰੇ ਜਿਹੋ ਜੀ ਬਾਹਰ ਜ਼ਿੰਦਗੀ ਹੋਵੇ ਉਹੋ ਜੀ ਮੰਚ ਤੇ ਆਵੇ। ਪਰ ਤੁਸੀਂ ਖੁਦ ਇੱਕ ਹਸਤੀ ਹੋ, ਦਰਸ਼ਕ ਜਾਣਦੇ ਨੇ ਕਿ ਵਿਪਿਨ ਭਾਜੀ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਨੇ, ਤੇ ਤੁਸੀਂ ਜੇ ਕਹਿ ਰਹੇ ਹੋ ਕਿ ਮਤਲਬ ਪੰਜਾਬ ਦੀ ਮੋਗੇ ਜ਼ਿਲ੍ਹੇ ਦੀ ਇੱਕ ਟੀਮ ਦੀ ਇਹ ਕੋਸ਼ਿਸ਼, ਕਿਉਂਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਨੀਕਲੀ ਵੀ ਪੜ੍ਹਿਆ ਹੋਇਆ, ਸਾਡੇ ਲਈ ਇਹ ਬਹੁਤ ਕਹਿ ਲਓ ਮਾਣ ਵਾਲੀ ਗੱਲ ਵੀ ਹੈ, ਹੌਸਲਾ ਵੀ ਵਧਾਉਂਦੀ ਹੈ ਕਿ ਅਸੀਂ ਇਸ ਕੰਮ ਨੂੰ ਅੱਗੇ ਹੋਰ ਜਾਰੀ ਰੱਖ ਸਕਦੇ ਹਾਂ। ਧੰਨਵਾਦ ਵਿਪਿਨ ਜੀ। ਵਿੱਕੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਮੋਗਾ ਸ਼ਹਿਰ ਦੇ ਇੱਕ ਟੀਮ ਇਸ ਤਰੀਕੇ ਦੇ ਨਾਲ ਨਾਟਕ ਨੂੰ ਵੇਖ ਸਕਦੀ ਹੈ, ਉਹਦੀ ਡਾਇਰੈਕਸ਼ਨ ਕਰਨ ਦੇ ਬਾਰੇ, ਇਸ ਤਰੀਕੇ ਦੇ ਨਾਲ ਐਕਸਪੈਰੀਮੈਂਟ ਕਰਨ ਬਾਰੇ ਸੋਚ ਸਕਦੀ ਹੈ। ਕਿਉਂਕਿ ਮੈਂ ਆਪਣੇ ਪੰਜਾਬ ਦਾ ਜੇ ਨਾਟਕ ਦੇਖਦਾ ਤਾਂ ਅਸੀਂ ਜ਼ਿਆਦਾਤਰ ਜਿਹੜਾ ਉਹ ਸਕ੍ਰਿਪਟ ਬੇਸਡ ਨਾਟਕ ਖੇਡਦੇ ਹਾਂ, ਜਿਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ, ਲੇਕਿਨ ਮੇਰਾ ਮੰਨਣਾ ਇਹ ਹੈ ਕਿ ਸਮੇਂ ਦੇ ਨਾਲ ਨਾਲ ਐਕਸਪੈਰੀਮੈਂਟ ਹੁੰਦੇ ਰਹਿਣੇ ਚਾਹੀਦੇ ਨੇ ਥੀਏਟਰ ਦੇ ਵਿੱਚ, ਤਾਂ ਕਿ ਸਾਡੀ ਜਿਹੜੀ ਪਹਿਚਾਣ ਹੈ ਉਹ ਨੈਸ਼ਨਲ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਦੇ ਸਾਡਾ ਕੰਮ ਜਾਣਿਆ ਜਾਵੇ। ਇਸ ਕਰਕੇ ਨਵੇਂ ਨਿਰਦੇਸ਼ਕ ਇਸ ਤਰੀਕੇ ਦੇ ਕੰਮ ਦੇ ਲਈ ਅੱਗੇ ਆਉਣੇ ਚਾਹੀਦੇ ਨੇ। ਸੋ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ। ਹਾਲਾਂਕਿ ਆਡੀਅנס ਨੂੰ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਵਿੱਕੀ ਜੀ। ਆਈ ਥਿੰਕ ਕਿ ਜਦੋਂ ਅਸੀਂ ਐਕਸਪੈਰੀਮੈਂਟ ਕਰਦੇ ਹਾਂ ਤਾਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਇੱਕ ਰਿਸਕ ਹੈਗਾ, ਇਹ ਜਾਂ ਤਾਂ ਆਡੀਅנס ਇਹਨੂੰ ਲਵੇਗੀ ਜਾਂ ਨਹੀਂ ਲਵੇਗੀ। ਪਰ ਆਡੀਅנס ਦੇ ਡਰ ਦੇ ਕਾਰਨ ਅਸੀਂ ਜੇ ਐਕਸਪੈਰੀਮੈਂਟ ਕਰਨਾ ਛੱਡ ਦਈਏ ਤਾਂ ਫਿਰ ਸਾਡੀ ਕਿਤੇ ਨਾ ਕਿਤੇ ਗਰੋਥ ਰੁਕ ਜਾਂਦੀ ਹੈ। ਆਡੀਅנס ਜ਼ਰੂਰ ਸਾਡਾ ਰੱਬ ਹੈ, ਲੇਕਿਨ ਆਡੀਅנס ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਉਹਨੂੰ ਕੀ ਕਹਿੰਦੇ ਆ, ਉਹਨੂੰ ਸੂਝਵਾਨ ਦਿਸ਼ਾ ਵੀ ਦੇਣੀ ਆ, ਉਹਨੂੰ ਐਜੂਕੇਟ ਵੀ ਕਰਨਾ ਹੈ। ਐਕਟਰ ਦਾ ਜਾਂ ਡਾਇਰੈਕਟਰ ਦਾ, ਇੱਕ ਟੀਮ ਦਾ ਵੀ ਇਹ ਫਰਜ਼ ਹੁੰਦਾ ਹੈ ਕਿ ਉਹ ਆਪਣੇ ਕੰਮ ਰਾਹੀਂ ਆਡੀਅנס ਨੂੰ ਵੀ ਐਜੂਕੇਟ ਕਰੇ। ਸੋ ਬਹੁਤ ਵਧੀਆ। ਵਿੱਕੀ ਜੀ, ਮੈਂ ਜਾਣਨਾ ਚਾਹਾਂਗਾ ਕਿ ਇਹ ਥਾਟ ਤੁਹਾਡੇ ਅੰਦਰ ਆਇਆ ਕਿਵੇਂ, ਸਿੰਬੋਲਿਜ਼ਮ ਤੇ ਮਟੀਰੀਅਲਿਸਟਿਕ ਅਪਰੋਚ ਨੂੰ ਮਿਕਸ ਕਰਨਾ, ਇਹ ਕਿਵੇਂ ਤੁਸੀਂ ਸੋਚਿਆ? ਵਿਪਿਨ ਜੀ, ਮਤਲਬ ਪਿਛਲੇ ਲਗਭਗ ਜੇ ਮੈਂ ਕਹਾਂ ਤੇ 6 ਸਾਲ ਜਦੋਂ ਤੋਂ ਇਸ ਦੇਸ਼ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਪੋਲੀਟੀਕਲ ਟ੍ਰੈਂਡ ਚੱਲਿਆ ਤੇ ਜਿੱਦਾਂ ਦੀ ਲੋਕਾਂ ਦੀ ਹਾਲਤ ਹੋਣੀ ਸ਼ੁਰੂ ਹੋਈ, ਜਿਸ ਫਾਸ਼ੀਵਾਦੀ ਰੁਝਾਨਾਂ ਵੱਲ ਦੇਸ਼ ਵਧਣਾ ਸ਼ੁਰੂ ਹੋਇਆ, ਤੇ ਖਾਸ ਤੌਰ ਤੇ ਪਿਛਲੇ 6 ਮਹੀਨਿਆਂ ਦੇ ਵਿੱਚ ਇਸ ਸਵਾਲ ਦਾ ਉੱਭਰ ਕੇ ਸਾਹਮਣੇ ਆਉਣਾ ਕਿ ਜਿਹੜਾ ਇਹ ਮੰਨਣੋਂ ਹਟ ਗਏ ਸੀ ਕਿ ਇਸ ਦੇਸ਼ ਦੇ ਵਿੱਚ ਤਾਂ ਵਰਕਰ ਹੀ ਹੈ ਨਹੀਂ, ਤੇ ਉਹ ਵਰਕਰ ਜਿਹੜਾ ਮਤਲਬ 91 ਲੱਖ ਤੋਂ ਵੱਧ ਜਿਹੜਾ ਮਜ਼ਦੂਰ ਇੱਕ ਥਾਂ ਤੋਂ ਉੱਜੜ ਕੇ ਦੂਸਰੇ ਥਾਂ ਤੇ ਗਿਆ। ਮਤਲਬ ਇਹ ਏਦਾਂ ਦੀਆਂ ਤਸਵੀਰਾਂ ਲੋਕਾਂ ਦੇ ਸਾਹਮਣੇ ਆਈਆਂ ਜਿਹੜੀਆਂ ਮੈਨੂੰ ਲੱਗਦਾ ਵੀ ਸ਼ਾਇਦ ਜੇ ਅਸੀਂ ਉਹ ਤਸਵੀਰਾਂ ਦੇਖ ਕੇ ਵੀ ਚੈਨ ਦੀ ਨੀਂਦ ਲੈ ਪਾਉਂਦੇ ਹਾਂ ਤੇ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਉਸ ਸੰਵੇਦਨਾ ਨੂੰ ਚੈੱਕ ਕਰਨ ਦੀ ਲੋੜ ਹੈ। ਮੈਂ ਇਹ ਸਮਝਦਾ ਕਿ ਜਦੋਂ ਇਹ ਨਹੀਂ ਇਕੱਲਾ ਮੇਰੇ ਲਈ, ਕਿਉਂਕਿ ਮੈਂ ਇਸ ਪਲੇ ਦੀ ਡਾਇਰੈਕਸ਼ਨ ਕੀਤੀ, ਉਹ ਪੂਰੀ ਦੀ ਪੂਰੀ ਟੀਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਜਿਨ੍ਹਾਂ ਨੇ ਕੋਲੈਬੋਰੇਟ ਕੀਤਾ, ਜਿਵੇਂ ਉਹਨਾਂ ਦੇ ਨਾਵਾਂ 'ਚ ਜਾਵਾਂ ਤੇ ਸਾਥੀ ਰਮਨ ਗਿੱਲ ਜਿਹੜੇ ਇਪਟਾ ਮੋਗਾ ਦੀ ਇਕਾਈ ਦੇ ਪ੍ਰਧਾਨ ਆ, ਸਾਥੀ ਅਵਤਾਰ ਚੜਿਕ ਜਿਹੜੇ ਡਿਸਟ੍ਰਿਕਟ ਦੇ ਸੈਕਟਰੀ ਨੇ ਇਸ ਯੂਨਿਟ ਦੇ, ਫਿਰ ਇਹਦੇ ਵਿੱਚ ਜਗਰਾਜ ਮਨਾਵਾ, ਵੀਰਪਾਲ ਕੌਰ ਗਿੱਲ, ਰਮਨਦੀਪ, KV, ਜੈਸਮੀਨ ਮੀਨੂ, ਸਵਰਾਜ, ਬਲਕਰਨ, ਵਿਕਰਮ, ਅਰਲੀਨ, ਸੰਦਲ,
ਨਾਵ, ਉਹ ਸਾਰੇ ਦੇ ਸਾਰੇ ਸਾਥੀ ਅਸੀਂ ਡੇਲੀ ਇੱਕ ਦੂਜੇ ਨਾਲ ਚਰਚਾ ਕਰਦੇ ਸੀ, ਇੱਕ ਦੂਜੇ ਨਾਲ ਖਬਰਾਂ ਸ਼ੇਅਰ ਕਰਦੇ ਸੀ, ਗੱਲਬਾਤ ਕਰਦੇ ਸੀ ਕਿ ਕਿਵੇਂ ਨਾ ਕਿਵੇਂ ਜਿਹੜੀ ਮਦਦ ਕੀਤੀ ਜਾਵੇ, ਮਤਲਬ ਮਾਸਕ ਵੰਡ ਕੇ ਵੀ ਕੀਤੀ, ਖਾਣਾ ਵੰਡ ਕੇ ਵੀ ਕੀਤੀ, ਉਹਨਾਂ ਪੋਲੀਟੀਕਲ ਸਵਾਲਾਂ ਨੂੰ ਉਠਾ ਕੇ ਵੀ ਕੀਤੀ ਜਿਹੜੇ ਉਠਾਉਣ ਦੀ ਜ਼ਰੂਰਤ ਹੈ ਕਿ ਕੀ ਇਸ ਦੇਸ਼ ਦੇ ਮਜ਼ਦੂਰਾਂ ਨੂੰ ਇੰਨਾ ਵੀ ਭਰੋਸਾ ਨਹੀਂ ਦਿੱਤਾ ਜਾ ਸਕਦਾ ਸੀ ਦੇਸ਼ ਦੀ ਸਰਕਾਰ ਵੱਲੋਂ ਕਿ ਉਹਨਾਂ ਦਾ ਹੀ ਪੈਦਾ ਕੀਤਾ ਹੋਇਆ ਅਨਾਜ ਭਾਵੇਂ 6 ਮਹੀਨੇ ਵੀ ਮਹਾਮਾਰੀ ਚ ਰੋਕਣਾ ਪੈ ਜੇ, ਉਹਨਾਂ ਨੂੰ ਇੱਕ ਜਗ੍ਹਾ ਤੇ ਉਹਨਾਂ ਦੇ ਮੂੰਹ ਚੋਂ ਅਨਾਜ ਪਾਇਆ ਜਾ ਸਕਦਾ। ਤਾਂ ਫਿਰ ਜੇ ਇਹ ਗਰੰਟੀ ਦੇਸ਼ ਦੀ ਸਰਕਾਰ ਕਿਤੇ ਦੇਸ਼ ਦੇ ਮਜ਼ਦੂਰਾਂ ਨੂੰ ਕਰ ਦਿੰਦੀ ਤੇ ਸਟੇਸ਼ਨ ਤੇ ਮਰੀ ਪਈ ਮਾਂ ਦੇ ਕੋਲੇ ਇੱਕ ਬੱਚਾ ਖੇਡਣ ਦੇ ਲਈ ਸ਼ਾਇਦ ਮਜਬੂਰ ਨਾ ਹੁੰਦਾ। ਇਸ ਦੇਸ਼ ਦੀਆਂ ਸੜਕਾਂ ਇੱਥੋਂ ਦੇ ਮਜ਼ਦੂਰਾਂ ਦੇ ਪੈਰ ਨਾ ਖਾਂਦੀਆਂ ਜੇ ਕਿਤੇ ਇਸ ਦੇਸ਼ ਦੀ ਸਰਕਾਰ ਨੇ ਸਹੀ ਸਮੇਂ ਤੇ ਸਹੀ ਕਦਮ ਚੱਕਿਆ ਹੁੰਦਾ। ਉਹ ਸਾਰੀਆਂ ਇਮੇਜਿਸ ਜਿਹੜੀਆਂ ਸਾਨੂੰ ਹੌਂਟ ਕਰਦੀਆਂ ਸੀ। ਅਸੀਂ ਫਿਰ ਇੱਕ ਦਿਨ ਜਦੋਂ ਟੀਮ ਦੀ ਮੀਟਿੰਗ ਹੋਈ ਤੇ ਉਹਦੇ ਵਿੱਚ ਜਦੋਂ ਅਸੀਂ ਇਸ ਪ੍ਰੋਸੈਸ ਦੇ ਵਿੱਚ ਆਏ ਕਿ ਫਿਰ ਸਾਨੂੰ ਮਤਲਬ ਇਹ ਪਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਮੈਂ ਬਹੁਤ ਕੁਛ ਕੀਤਾ ਹੋਏਗਾ। ਪੂਰੀ ਟੀਮ ਗੱਲਾਂ ਸ਼ੇਅਰ ਕਰਦੇ ਕਰਦੇ ਕਿ ਕੀ ਕੁਛ ਹੋਇਆ, ਜਿੰਨਾ ਕੁਛ ਇਸ ਦੇਸ਼ ਦੀਆਂ ਸੜਕਾਂ ਤੇ ਹੋਇਆ ਮੈਨੂੰ ਲੱਗਦਾ ਇਹ ਉਹਦਾ 0.1% ਵੀ ਨਹੀਂ। ਇੰਨਾ ਦੁੱਖ ਇਸ ਦੇਸ਼ ਦੀਆਂ ਸੜਕਾਂ ਤੇ ਲੋਕਾਂ ਨੇ ਦੇਖਿਆ, ਦੁਨੀਆ ਨੇ ਦੇਖਿਆ ਕਿ ਉਹਨੂੰ ਮੰਚ ਤੇ ਲੈ ਆਉਣ ਦੇ ਲਈ, ਕਿ ਉਸ ਦੁੱਖ ਨੂੰ ਬਿਆਨ ਕਰਨ ਦੇ ਲਈ, ਤਾਂ ਕਿ ਸਵਾਲ ਉੱਠੇ, ਤਾਂ ਕਿ ਇਸ ਗੱਲ ਵੱਲ ਵਧਿਆ ਜਾ ਸਕੇ ਕਿ ਕੇਵਲ ਸ਼ੀਸ਼ੇ ਦਾ ਕੰਮ ਹੀ ਨਾਟਕ ਨਾ ਕਰੇ। ਜਿੱਦਾਂ ਬ੍ਰੈਖਟ ਕਹਿੰਦੇ ਨੇ ਕਿ ਉਸ ਹਥੌੜੇ ਦਾ ਕੰਮ ਵੀ ਕਰੇ, ਉਸ ਹਥੌੜੇ ਦਾ ਕੰਮ ਵੀ ਕਰੇ ਜਿਹੜਾ ਇਸ ਸਮਾਜ ਨੂੰ ਸ਼ੇਪ ਦੇਵੇ। ਤੇ ਸਾਰੇ ਦਾ ਸਾਰਾ ਆਈਡੀਆ ਫਿਰ ਉਹਨਾਂ ਤਸਵੀਰਾਂ ਨੂੰ ਇਕੱਠੀਆਂ ਕਰਕੇ ਜਦੋਂ ਦਿਮਾਗ ਦੇ ਵਿੱਚ ਆਇਆ ਤੇ ਫਿਰ ਸਾਨੂੰ ਲੱਗਿਆ ਕਿ ਇਹਨੂੰ ਬਹੁਤਾ ਕੁਛ ਜੇ ਮਤਲਬ ਹੁਣ ਵੀ ਸ਼ਬਦਾਂ ਦੇ ਰਾਹੀਂ ਕੁਛ ਕਹਿਣ ਦੀ ਲੋੜ ਪਵੇ ਉਹਨਾਂ ਦਾ ਦੁੱਖ ਦੱਸਣ ਦੇ ਲਈ, ਤੇ ਸ਼ਾਇਦ ਫਿਰ ਮੈਨੂੰ ਲੱਗਦਾ ਵੀ ਇਹ ਇਨਸਾਫ ਨਹੀਂ। ਹੁਣ ਤੱਕ ਜੇ ਤੁਸੀਂ ਮਤਲਬ ਇੱਕ ਪਾਸੇ ਜੇ ਤੁਸੀਂ ਦੇਖੋ ਤਾਂ ਬਹੁਤ ਵੱਡੇ ਟਰਾਲੀ ਬੈਗ ਲੈ ਕੇ ਏਅਰਪੋਰਟ ਨੂੰ ਜਾਂਦੇ ਹੋਏ ਲੋਕ ਦਿਖਦੇ ਸੀ, ਤੇ ਦੂਜੇ ਪਾਸੇ ਇੱਕ ਮਾਂ, ਇੱਕ ਬਿਹਾਰ ਦੀ ਔਰਤ ਮਤਲਬ ਆਪਦੇ ਸੂਟਕੇਸ ਨੂੰ ਇੱਕ ਸਰੀਏ ਨਾਲ ਖਿੱਚ ਕੇ ਲਿਜਾ ਰਹੀ ਆ, ਤੇ ਨਿੱਕੀ ਜਿਹੀ ਜਿੰਦ ਉਸ ਤੇ ਲਟਕਦੀ ਜਾਂਦੀ ਆ, ਜਿਹਦੇ ਕਦੇ ਪੈਰ ਸੜਕ ਨਾਲ ਮਤਲਬ ਖਹਿ ਜਾਂਦੇ ਆ ਤੇ ਕਦੇ ਮਾਸ ਪਾੜਦਾ। ਮਤਲਬ ਜੇ ਇਹ ਸਾਰੀਆਂ ਚੀਜ਼ਾਂ ਮੰਚ ਤੇ ਕਿਵੇਂ ਆਉਣ, ਮੰਚ ਦੇ ਰਾਹੀਂ ਅਸੀਂ ਇਹਨਾਂ ਚੀਜ਼ਾਂ ਤੇ ਸਵਾਲ ਉਠਾ ਕੇ ਤਾਂ ਕਿ ਉਸ ਰਾਜਨੀਤੀ ਨੂੰ ਬਦਲਿਆ ਜਾ ਸਕੇ ਜਿਹੜੀ ਇਹਨਾਂ ਤਸਵੀਰਾਂ ਦੇ ਲਈ ਜ਼ਿੰਮੇਦਾਰ ਹੈ, ਇਹਨਾਂ ਘਟਨਾਵਾਂ ਦੇ ਲਈ ਜ਼ਿੰਮੇਦਾਰ ਹੈ। ਇਹ ਸਾਰਾ ਪ੍ਰੋਸੈਸ ਉਸੇ ਚੋਂ ਨਿਕਲਿਆ ਵਿਪਿਨ ਜੀ। ਵਿੱਕੀ ਜੀ, ਇਸ ਤਰੀਕੇ ਦੀ ਪਰਫਾਰਮੈਂਸ ਬਣਾਉਣ ਵੇਲੇ ਡਾਇਰੈਕਟਰ ਦਾ ਵੀ ਟੈਕਨੀਕਲੀ ਟਰਮਸ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ, ਤੇ ਐਕਟਰਸ ਦਾ ਤਾਂ ਹੁੰਦਾ ਹੀ ਹੁੰਦਾ ਹੈ। ਤੁਸੀਂ ਮੋਗਾ ਸ਼ਹਿਰ ਦੇ ਐਕਟਰਾਂ ਨੂੰ ਲੈ ਕੇ ਮੋਗਾ ਸ਼ਹਿਰ ਦੇ ਲੋਕ ਐਕਟਰਸ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੰਮ ਕੀਤਾ, ਬੜਾ ਖੂਬਸੂਰਤ ਗੱਲ ਹੈ। ਪਰ ਮੈਨੂੰ ਥੋੜਾ ਦੱਸੋਗੇ ਕਿ ਐਕਟਰਸ ਨੂੰ ਤੁਸੀਂ ਕਿਵੇਂ ਕਨਵੇ ਕੀਤਾ ਆਪਣਾ ਆਈਡੀਆ, ਕਿਉਂਕਿ ਜਦੋਂ ਤੱਕ ਐਕਟਰ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਕੰਮ ਨੂੰ ਸਮਝਣ ਲਈ ਟ੍ਰੇਨਡ ਨਾ ਹੋਵੇ, ਉਦੋਂ ਤੱਕ ਉਹਦੇ ਨਾਲ ਇਸ ਤਰੀਕੇ ਦਾ ਕੰਮ ਕਰਨਾ ਬੜਾ ਔਖਾ ਹੁੰਦਾ ਹੈ। ਸੋ ਥੋੜਾ ਜਿਹਾ ਮੈਨੂੰ ਸਮਝਾਓਗੇ ਕਿ ਆਪਣੇ ਐਕਟਰ ਨੂੰ ਤੁਸੀਂ ਇਸ ਕੰਮ ਦੇ ਲਈ ਕਿੱਦਾਂ ਤਿਆਰ ਕੀਤਾ? ਵਿਪਿਨ ਜੀ, ਜਦੋਂ ਅਸੀਂ ਇਹ ਪ੍ਰੋਸੈਸ ਸ਼ੁਰੂ ਕੀਤਾ ਸੀ ਉਸ ਵੇਲੇ ਅਸੀਂ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਜਿੱਦਾਂ ਹੁਣ ਮਤਲਬ ਜਦੋਂ ਮੈਂ ਵੀਡੀਓ ਦੁਬਾਰਾ ਦੇਖ ਰਿਹਾ ਸੀ, ਹੁਣ ਇਸ ਵੇਲੇ ਇਹ ਕਮੈਂਟ ਪੜ੍ਹ ਰਿਹਾ ਸੀ, ਬਹੁਤ ਸਾਰੇ ਜਿਹੜੀਆਂ ਸਨਮਾਨਿਤ ਹਸਤੀਆਂ ਨੇ ਰੰਗਮੰਚ ਦੀਆਂ, ਬਲਕਾਰ ਸਿੱਧੂ ਜੀ ਨੇ, ਉਹਨਾਂ ਨੇ ਕਈ ਥਾਵਾਂ ਤੇ ਉਹ ਟਿੱਪਣੀ ਕਰਕੇ ਮਿਊਜ਼ਿਕ ਨਾਲ, ਜਦੋਂ ਫਿਰ ਮੈਨੂੰ ਲੱਗਿਆ ਵੀ ਸ਼ਾਇਦ ਅਸੀਂ ਸਾਡੇ ਨਾਲੋਂ ਵੀ ਵਧੇਰੇ ਨਾਟਕ ਨੂੰ ਉਹ ਸਮਝ ਪਾ ਰਹੇ ਨੇ, ਤੇ ਨਾਟਕ ਨਵਾਂ ਬਣ ਰਿਹਾ ਸੀ ਉਸੇ ਵੇਲੇ ਮੇਰੇ ਦਿਮਾਗ ਦੇ ਵਿੱਚ। ਅਨੀਤਾ ਸਬਦੀਸ਼ ਜੀ ਦੇਖ ਰਹੇ ਸੀ, ਉਹ ਸਾਰੀਆਂ ਦੀਆਂ ਸਾਰੀਆਂ ਅਨੀਤਾ ਸਬਦੀਸ਼ ਜੀ ਨੇ ਵੀ ਤਾਰੀਫ ਕੀਤੀ ਹੈ, ਅਨੀਤਾ ਸਬਦੀਸ਼ ਜੀ ਨੇ ਵੀ ਤਾਰੀਫ ਕੀਤੀ ਹੈ, ਉਹਨਾਂ ਨੇ ਵੀ ਆਪਣੀਆਂ ਬੈਸਟ ਵਿਸ਼ੇਸ਼ ਭੇਜੀਆਂ। ਉਸ ਤੋਂ ਬਾਅਦ ਮੇਰੇ ਕੋਲ ਥੋੜਾ ਲਿਖਿਆ ਹੋਇਆ ਹੈ, ਸੁਖਵੰਤ ਸਿੰਘ ਨੇ ਵੀ ਕਿਹਾ ਗੁੱਡ ਸ਼ੋ, ਚਕਰੇਸ਼ ਜੀ ਵੀ ਸਾਡੇ ਨਾਲ ਜੁੜੇ ਹੋਏ ਸੀ, ਹਰ ਭਗਵਾਨ ਸਿੰਘ ਨੇ ਵੀ ਕਾਫੀ ਤਾਰੀਫ ਕੀਤੀ ਹੈ, ਜਗਮੋਹਨ ਸਿੰਘ ਨੇ ਵੀ ਬੈਕਗਰਾਉਂਡ ਮਿਊਜ਼ਿਕ ਦੀ ਤਾਰੀਫ ਕੀਤੀ ਹੈ, ਬਲਕਾਰ ਸਿੱਧੂ ਜੀ ਨੇ ਕਿਹਾ ਕਿ ਨਿਰਦੇਸ਼ਕ ਦੀ ਕਲਪਨਾ ਬਾ ਕਮਾਲ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਸੀਨੀਅਰ ਜੂਨੀਅਰ ਦੀ ਪ੍ਰੇਜ਼ ਕਰਦੇ ਨੇ, ਐਪਰੀਸੀਏਸ਼ਨ ਦਿੰਦੇ ਨੇ, ਤਾਂ ਯੰਗਸਟਰ ਦਾ ਹੌਸਲਾ ਹੀ ਵੱਧਦਾ ਹੈ ਮੈਨੂੰ ਲੱਗਦਾ ਹੈ। ਹੈਲੋ ਵਿੱਕੀ, ਸੁਣ ਪਾ ਰਹੇ ਹੋ? ਲੱਗਦਾ ਹੈ ਕਿ ਸੰਪਰਕ ਹੋ ਨਹੀਂ ਪਾ ਰਿਹਾ ਕਿਸੇ ਟੈਕਨੀਕਲ ਚੀਜ਼ ਕਰਕੇ, ਅਸੀਂ ਥੋੜੀ ਮਾਫੀ ਚਾਹਾਂਗੇ। ਪਰ ਵੈਸੇ ਬਹੁਤ ਹੀ ਵਧੀਆ ਇਹਨਾਂ ਨੇ ਉਪਰਾਲਾ ਕੀਤਾ, ਇਸ ਤਰੀਕੇ ਦੀ ਪੇਸ਼ਕਾਰੀ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ।
ਔਰ ਜਿਹੜੇ ਨੌਜਵਾਨ ਐਕਟਰਸ ਹੁੰਦੇ ਨੇ ਔਰ ਖਾਸ ਕਰਕੇ ਜੋ ਟ੍ਰੇਨਡ ਨਹੀਂ ਹੁੰਦੇ ਇਸ ਵਿਧਾ ਦੇ ਵਿੱਚ, ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਸਿੰਬੋਲਿਜ਼ਮ, ਮਟੀਰੀਅਲਿਸਟਿਕ ਅਪਰੋਚ ਤੇ ਨਾਟਕਾਂ ਨੂੰ ਖੇਡਣਾ, ਉਹਦੇ ਵਿੱਚ ਇਮੇਜ ਵਰਕ ਨੂੰ ਲੈ ਕੇ ਆਉਣਾ, ਬੜਾ ਹੀ ਉਹਨਾਂ ਨੂੰ ਸਮਝਾਉਣਾ ਜਿਹੜਾ ਉਹ ਮੁਸ਼ਕਿਲ ਗੱਲ ਹੁੰਦੀ ਆ। ਵਿੱਕੀ ਜੀ ਮੇਰੇ ਨਾਲ ਫਿਰ ਤੋਂ ਜੁੜ ਚੁੱਕੇ ਨੇ ਸ਼ਾਇਦ, ਹੈ ਨਾ ਵਿੱਕੀ ਜੀ? ਜੀ ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਇੱਕ ਵਾਰੀ ਪਲੀਜ਼ ਮੈਨੂੰ ਇਹ ਦੱਸ ਦਿਓ। ਹਾਂ ਸੁਣਾਈ ਦੇ ਰਹੀ ਹੈ। ਹਾਂ ਵਿੱਕੀ ਜੀ, ਮੈਂ ਪੁੱਛ ਰਿਹਾ ਸੀ ਕਿ ਤੁਹਾਡਾ ਐਕਟਰ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ? ਇਹਨਾਂ ਐਕਟਰਾਂ ਨੂੰ ਤੁਸੀਂ ਤਿਆਰ ਕਿਵੇਂ ਕੀਤਾ? ਇਹਨਾਂ ਦੇ ਵਿੱਚ ਇਹ ਸੀਡ ਬੋਇਆ ਕਿਵੇਂ ਤੁਸੀਂ? ਵਿਪਿਨ ਜੀ, ਇਹ ਪਹਿਲਾ ਮਤਲਬ ਇਪਟਾ ਮੋਗਾ ਦੀ ਜਿਹੜੀ ਟੀਮ ਹੈ, ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਅਸੀਂ ਲਗਭਗ ਸਾਰੇ ਹਮ ਉਮਰ ਆ। ਹਮ ਉਮਰ ਕਰਕੇ ਮਤਲਬ ਉਹ ਮੈਨੂੰ ਸੀਨੀਅਰ ਵੀ ਮੰਨਦੇ ਹੋਣਗੇ, ਮੈਂ ਵੀ ਉਸ ਟੀਮ 'ਚ ਬਹੁਤ ਸਾਥੀਆਂ ਨੂੰ ਸੀਨੀਅਰ ਮੰਨਦਾ। ਉਹ ਰਿਸਪੈਕਟ ਵੀ ਬਣੀ ਰਹਿੰਦੀ ਹੈ, ਪਰ ਇੱਕ ਇਸ ਫਰੀਡਮ ਦੇ ਵਿੱਚੋਂ ਕਿ ਤੁਸੀਂ ਇਸੇ ਕਰਕੇ ਅਸੀਂ ਇਹਨੂੰ ਪ੍ਰੋਸੈਸ ਕੋਲੈਬੋਰੇਟਰਸ ਕਿਹਾ ਕਿ ਹਰ ਬੰਦੇ ਦੇ ਆਈਡੀਆਜ਼ ਦੇ ਨਾਲ ਇਹ ਪੂਰੇ ਦਾ ਪੂਰਾ ਪ੍ਰੋਸੈਸ ਬਣਿਆ। ਮੇਰੇ ਲਈ ਹੁਣ ਅਸੀਂ ਇੰਨੇ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਾਂ, ਪੂਰੀ ਦੀ ਪੂਰੀ ਟੀਮ, ਮਤਲਬ ਕਾਲਜਾਂ ਦੇ ਯੂਥ ਫੈਸਟੀਵਲਾਂ ਤੋਂ ਸ਼ੁਰੂ ਕਰਕੇ ਅਵਤਾਰ ਜੀ ਹੋਣ, ਜਗਰਾਜ, ਲੜਕੀਆਂ, ਵੀਰਪਾਲ ਤੇ ਉਹ ਸਾਰੇ ਲੋਕ, ਜਦੋਂ ਅਸੀਂ ਉਹਨਾਂ ਯੂਥ ਫੈਸਟੀਵਲਾਂ ਤੋਂ ਸ਼ੁਰੂ ਕੀਤਾ ਤੇ ਇੱਕ ਅੰਡਰਸਟੈਂਡਿੰਗ ਆਪਦੇ ਆਪ ਬਿਲਡ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਜਿਸ ਮਕਸਦ ਦੇ ਲਈ ਇਹ ਟੀਮ ਕੰਮ ਕਰਦੀ ਆ ਕਿ ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਉਸੇ ਵਿਚਾਰਧਾਰਾ ਨਾਲ ਜੁੜੀਆਂ ਚੀਜ਼ਾਂ ਕਰਦੇ ਹੋਏ ਉਹਨਾਂ ਨੂੰ ਇੱਕ ਨਵੀਂ ਹਾਈਟ ਕਿਵੇਂ ਦਿੱਤੀ ਜਾ ਸਕਦੀ ਹੈ, ਅਸੀਂ ਆਪਸ 'ਚ ਲਗਾਤਾਰ ਟੱਚ 'ਚ ਆ। ਇਸ ਕਰਕੇ ਇਹ ਕੋਈ ਦਿੱਕਤ ਨਹੀਂ ਬਣਦੀ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ, ਜਾਂ ਉਹ ਮੈਨੂੰ ਆਪਦੀ ਗੱਲ ਸਮਝਾਉਣ 'ਚ ਕੋਈ ਦਿੱਕਤ ਪੇਸ਼ ਉਹਨਾਂ ਨੂੰ ਆਵੇ, ਏਦਾਂ ਕੋਈ ਸਮੱਸਿਆ ਨਹੀਂ ਬਣਦੀ। ਪਰ ਇਹ ਕਿਉਂਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਟੀਮ ਨੇ ਪਿੰਡਾਂ ਦੇ ਵਿੱਚ ਜਾ ਕੇ ਨੁੱਕੜ ਨਾਟਕ, ਪਾਣੀ ਦੀ ਸੰਭਾਲ ਵਾਸਤੇ ਪਾਣੀ ਬੰਦੀ ਕੀਤਾ, ਜਾਂ ਬਾਕੀ ਜਿਹੜੇ ਉਹ ਸਾਰੇ ਨਾਟਕ, ਮਤਲਬ ਸਾਡੇ ਲਈ ਇਹ ਕੰਟੀਨਿਊਅਸ ਪ੍ਰੋਸੈਸ ਇਸ ਤਰੀਕੇ ਦਾ ਕਿ ਇਹ ਨਹੀਂ ਵੀ ਅਸੀਂ 6 ਮਹੀਨਿਆਂ ਬਾਅਦ ਇੱਕ ਵਰਕਸ਼ਾਪ ਦੇ ਲਈ ਮਿਲਦੇ ਹਾਂ। ਅਸੀਂ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਸਾਰੀ ਟੀਮ ਇੱਕੇ ਵਿਚਾਰਧਾਰਾ ਨਾਲ ਸਹਿਮਤ ਹੁੰਦੇ ਆ, ਅੱਗੇ ਵੱਧਦੇ ਆ। ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਵਰਕਸ਼ਾਪਸ ਲਾਉਣ ਵਾਲਾ ਕੰਮ, ਤਾਂ ਫਿਰ ਅਸੀਂ ਉਹ ਸਾਰਾ ਕੁਝ ਇਹ ਮੈਂ ਸਾਰਾ ਕੁਝ ਇਸ ਕਰਕੇ ਦੱਸ ਰਿਹਾ ਕਿਉਂਕਿ ਅਸੀਂ ਆਖਿਰ 'ਚ ਦਿਨ ਦੇ ਅਖੀਰ 'ਚ ਆ ਕੇ ਉਹ ਸਾਰੀਆਂ ਗੱਲਾਂ ਇੱਕੋ ਟੇਬਲ ਤੇ ਬੈਠ ਕੇ ਖਾਣਾ ਖਾਂਦੇ, ਖਾਣਾ ਬਣਾਉਂਦੇ, ਸ਼ੇਅਰ ਕਰਦੇ ਆ, ਗਾਣੇ ਗਾਉਂਦੇ ਆ, ਪੂਰੇ ਦਿਨ ਦੀ ਡਿਸਕਸ਼ਨ ਕਰਦੇ ਆ, ਅੱਗੇ ਵਧਣ ਦੀਆਂ ਨਵੀਆਂ ਜਿਹੜੀਆਂ ਨੀਤੀਆਂ ਉਹਨਾਂ ਤੇ ਚਰਚਾ ਕਰਦੇ ਆ, ਕਲਾਸਾਂ ਲਾਉਂਦੇ ਆ। ਇਸ ਕਰਕੇ ਉਹ ਅੰਡਰਸਟੈਂਡਿੰਗ ਦਾ ਉਹ ਲੈਵਲ ਬਣਿਆ ਹੋਇਆ ਕਿ ਇੱਕ ਦੂਜੇ ਨੂੰ ਆਪਦੀ ਗੱਲ ਸਮਝਾਉਣਾ ਬਹੁਤ ਸੌਖਾ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਕਿ ਗੱਲ ਕਹਿਣ ਲੱਗਿਆ ਸ਼ਬਦ ਮੇਰੇ ਮੂੰਹ ਚੋਂ ਹਜੇ ਨਿਕਲਣਾ ਹੁੰਦਾ ਜਾਂ ਉਹਨਾਂ ਦੇ ਮੂੰਹ ਚੋਂ ਨਿਕਲਣਾ ਹੁੰਦਾ, ਮੈਂ ਸਮਝ ਜਾਣਾ, ਕਿਉਂਕਿ ਇੱਕੋ ਪੇਸ ਤੇ ਜਦੋਂ ਇੱਕੋ ਤਰੀਕੇ ਨਾਲ ਬੰਦਾ ਸੋਚਦਾ ਤੇ ਬੜੀ ਆਸਾਨੀ ਹੁੰਦੀ ਆ। ਤੇ ਮੈਂ ਇਹ ਸਮਝਦਾ ਵੀ ਇਸੇ ਕਰਕੇ ਪ੍ਰੋਸੈਸ ਆ ਜਿਹੜਾ ਆਸਾਨੀ ਨਾਲ ਤੇ ਬਹੁਤ ਘੱਟ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਬਣਾ ਪਾਏ। ਵਿੱਕੀ ਜੀ, ਜਿਵੇਂ ਸਟੈਨਿਸਲਾਵਸਕੀ ਹੋ ਗਏ ਜਾਂ ਲੀ ਸਟ੍ਰਾਸਬਰਗ ਹੋ ਗਏ ਜਾਂ ਸਾਡਾ ਨਾਟਯ ਸ਼ਾਸਤਰ ਹੋ ਗਿਆ, ਉਹ ਬਾਡੀ ਟੈਕਸਟ, ਫਿਰ ਕਾਸਟਿਊਮ, ਮੇਕਅਪ, ਉਸ ਤੋਂ ਬਾਅਦ ਟਰੁਥ ਦੀ ਗੱਲ ਕਰਦਾ। ਉਵੇਂ ਹੀ ਸਟੈਨਿਸਲਾਵਸਕੀ, ਲੀ ਸਟ੍ਰਾਸਬਰਗ, ਸਟੈਲਾ ਐਡਲਰ, ਇਹ ਜਿਹੜੇ ਜਿੰਨੇ ਵੀ ਬਾਹਰ ਦੇ ਲੋਕ ਹੋਏ ਨੇ ਜਿਨ੍ਹਾਂ ਨੇ ਐਕਟਿੰਗ ਨੂੰ ਲੈ ਕੇ ਮੈਥਡ ਲਿਖੇ ਹੋਏ ਨੇ, ਉਹ ਸਾਰੇ ਰੀਅਲਿਸਟਿਕ ਦੇ ਵਿੱਚ ਤੇ ਆਪਣਾ ਨੈਚੁਰਲਿਜ਼ਮ ਦੇ ਵਿੱਚ ਗੱਲ ਕਰਦੇ ਨੇ। ਤੁਸੀਂ ਜਿਹੜੇ ਗੱਲ ਕਰ ਰਹੇ ਹੋ ਸਿੰਬੋਲਿਕ ਤੇ ਮਟੀਰੀਅਲਿਸਟਿਕ ਅਪਰੋਚ ਦੇ ਨਾਲ ਇੱਕ ਨਾਟਕ ਨੂੰ ਖੇਡਣਾ, ਇੱਕ ਇਮੇਜ ਦੇ ਵਿੱਚ ਬੰਨਣਾ ਤੇ ਉਹਦੇ ਰਾਹੀਂ ਜੋ ਹੈ ਸਮਾਜ ਦੀਆਂ ਚੀਜ਼ਾਂ ਦੇ ਵਿੱਚੋਂ ਇੱਕ ਸਕ੍ਰਿਪਟ ਨੂੰ ਚੁੱਕ ਕੇ ਖੇਡਣਾ, ਤੁਹਾਨੂੰ ਨਹੀਂ ਲੱਗਦਾ ਕਿ ਇਹ ਨਾਟਕ ਜਿਹੜਾ ਹੈ ਇੱਕ ਪ੍ਰੋਪਰ ਨਾਟਕ ਨਾ ਹੋ ਕੇ ਇੱਕ ਪਰਫਾਰਮੈਂਸ ਵੱਲ ਜ਼ਿਆਦਾ ਵੱਧ ਜਾਂਦਾ ਹੈ? ਮੈਨੂੰ ਲੱਗਦਾ ਕਿ ਪਰਫਾਰਮੈਂਸ ਨਾਟਕ ਤੋਂ ਉੱਪਰਲੇ ਘੇਰੇ ਦਾ ਸ਼ਬਦ ਆ, ਕਿਉਂਕਿ ਜਦੋਂ ਆਪਾਂ ਕਿਸੇ ਵੀ ਪਰਫਾਰਮੈਂਸ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਥੀਏਟਰ ਵੀ ਸੰਮਿਲਿਤ ਹੋ ਜਾਂਦਾ, ਉਹਦੇ ਚ ਜਿਹੜੀਆਂ ਡਾਂਸ ਦੀਆਂ ਬਾਕੀ ਵਿਧਾਵਾਂ ਵੀ ਹੋ ਜਾਂਦੀਆਂ। ਤੇ ਮੈਨੂੰ ਲੱਗਦਾ ਹੁਣ ਜਿੱਦਾਂ ਤੁਸੀਂ ਗੱਲ ਕੀਤੀ, ਤੁਸੀਂ ਉਹਨਾਂ ਕੁਝ ਗਿਣੇ ਚੁਣੇ ਕੁਝ, ਮੈਂ ਜੇ ਕਹਾਂ ਕਿ ਜਿਨ੍ਹਾਂ ਦੀ ਮਿਹਨਤ ਉਹਨਾਂ ਨੂੰ ਉੱਥੇ ਤੱਕ ਲੈ ਗਈ ਕਿ ਤੁਸੀਂ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਪੜ੍ਹ ਸਕੇ। ਮਤਲਬ ਆਪਾਂ ਵੀ ਇਹ ਜਾਣਦੇ ਹਾਂ ਕਿ ਏਦਾਂ ਦੇ ਜਿਹੜੇ ਟ੍ਰੇਨਿੰਗ ਸਕੂਲ ਨੇ, ਜਿਹੜੇ ਸਰਵਉੱਚ ਟ੍ਰੇਨਿੰਗ ਸਕੂਲ ਨੇ, ਜਿੱਥੇ ਜਾਣਾ ਬਹੁਤੇ ਥੀਏਟਰ ਦੇ ਵਿਦਿਆਰਥੀਆਂ ਦਾ ਇੱਕ ਸੁਪਨਾ ਹੁੰਦਾ, ਕਿਉਂਕਿ ਥੀਏਟਰ ਦੇ ਵਿੱਚ ਵੀ ਟ੍ਰੇਨਿੰਗ ਬਹੁਤ ਜ਼ਰੂਰੀ ਆ। ਪਰ ਹਜ਼ਾਰਾਂ ਲੱਖਾਂ ਲੋਕ ਜਿਹੜੇ ਨਾਟਕ ਕਰਦੇ ਨੇ ਉਹ ਉਹਨਾਂ ਸੰਸਥਾਵਾਂ ਦੇ ਵਿੱਚੋਂ ਐਜੂਕੇਸ਼ਨ ਨਹੀਂ ਲੈ ਪਾਉਂਦੇ ਕਿਉਂਕਿ ਉੱਥੇ ਬਹੁਤ ਘੱਟ ਸੀਟਾਂ ਨੇ।
ਪਰ ਫਿਰ ਬਾਹਰ ਮੈਨੂੰ ਲੱਗਦਾ ਜਿਹੜੀ ਗੱਲ ਉੱਥੇ ਇੱਕ ਫਾਰਮੂਲਾ ਦੇ ਰੂਪ ਦੇ ਵਿੱਚ ਬੜੀ ਈਜ਼ੀ ਸਿਖਾਈ ਜਾ ਸਕਦੀ ਆ, ਸ਼ਾਇਦ ਜਿਹੜੀਆਂ ਸਾਡੇ ਵਰਗੀਆਂ ਟੀਮਾਂ ਨਾਟਕ ਕਰਨ ਵਾਲੀਆਂ ਉਹ ਕਈ ਕਈ ਸਾਲ ਪ੍ਰੈਕਟਿਸ ਕਰਦੇ ਆ, ਲੋਕਾਂ ਦੇ ਵਿੱਚ ਜਾਂਦੇ ਆ, ਉਸੇ ਨਤੀਜੇ ਤੇ ਪਹੁੰਚਦੇ ਆ। ਪਰ ਉਹ ਇੰਨੀ ਪੱਕ ਜਾਂਦੀ ਆ ਗੱਲ ਵਾਰ-ਵਾਰ ਕਰਦੇ ਆ, ਇੱਕੋ ਲੋਕਾਂ ਦੇ ਵਿੱਚੋਂ ਜਦੋਂ ਉਹ ਗੱਲ ਨਿਕਲਦੀ ਆ ਤੇ ਫਿਰ ਉਹ ਮਤਲਬ ਹਰ ਇੱਕ ਦਾ ਇੱਕ ਅੰਗ ਬਣ ਜਾਂਦਾ। ਇਸੇ ਕਰਕੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਕਿਉਂਕਿ ਅਸੀਂ ਜਿਹੜੇ ਲੋਕ ਨਹੀਂ ਕਿਸੇ ਥੀਏਟਰ ਦੀ ਐਜੂਕੇਸ਼ਨ, ਫਾਰਮਲ ਐਜੂਕੇਸ਼ਨ ਲੈ ਪਾਉਂਦੇ, ਪਰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਵਰਗੇ ਸੱਜਣਾ ਨਾਲ ਮਿਲ ਕੇ ਟੀਮ ਦੀ ਜਿਹੜੀ ਉਹ ਟ੍ਰੇਨਿੰਗ ਆ ਉਹ ਹੋਵੇ, ਉਹਨਾਂ ਨੂੰ ਪਤਾ ਲੱਗੇ ਕਿ ਸਟੈਨਸਵਸਕੀ ਤੇ ਬ੍ਰੈਕਟੀਅਨ ਜਿਹੜੀਆਂ ਥਿਊਰੀਜ਼ ਨੇ ਉਹ ਲੋਕਾਂ ਚੋਂ ਨਿਕਲੀਆਂ ਹੋਈਆਂ ਥਿਊਰੀਜ਼ ਨੇ, ਉਹ ਹਰ ਗੱਲ ਆ ਜਿਹੜੀ ਉਹ ਲੋਕਾਈ ਤੇ ਖੜੀ ਆ। ਜਿੱਦਾਂ ਤੁਸੀਂ ਸਿੰਬੋਲਿਜ਼ਮ ਦੀ ਗੱਲ ਕਰਦੇ ਹੋ, ਇਹ ਬਹੁਤ ਮਤਲਬ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਡਿਸਕਸ ਕਰਨਾ ਜ਼ਰੂਰੀ ਆ। ਬੜਾ ਵੈਲਿਡ ਪੁਆਇੰਟ ਤੁਸੀਂ ਉਠਾਇਆ ਕਿ ਰੀਅਲਿਸਟਿਕ ਸ਼ੈਲੀ ਵੀ ਲੋਕਾਂ ਚੋਂ ਨਿਕਲਦੀ ਹੈ, ਸਿੰਬੋਲਿਜ਼ਮ ਵੀ ਲੋਕਾਂ ਚੋਂ ਨਿਕਲਦਾ। ਪੰਜਾਬ ਦੀਆਂ ਬੋਲੀਆਂ ਜਿੰਨੇ ਵਿਸ਼ਾਲ ਸਿੰਬਲਸ ਨਾਲ ਭਰੀਆਂ ਹੋਈਆਂ, ਪੰਜਾਬ ਦੀਆਂ ਕਲਾਵਾਂ ਜਿੰਨੇ ਵਿਸ਼ਾਲ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਬੋਲੀਆਂ 'ਚ ਦਿਓਰ ਤੇ ਭਰਜਾਈ ਦੀ ਕੋਈ ਵੀ ਬੋਲੀ ਚੱਕ ਕੇ ਦੇਖੋ ਜੇ ਤੁਸੀਂ, ਤੇ ਮੈਨੂੰ ਲੱਗਦਾ ਉਹਦੇ ਵਿੱਚ ਜਿੰਨੀਆਂ ਮੈਟਾਫੋਰਿਕਲ ਚੀਜ਼ਾਂ ਨਾਲ ਗੱਲਾਂ ਕੀਤੀਆਂ ਜਾਂ ਨੂੰਹ ਤੇ ਸੱਸ ਦੇ ਰਿਸ਼ਤੇ ਦੀ ਵੀ ਗੱਲ ਕਿਉਂ ਨਾ ਹੋਵੇ, ਉਹ ਸਾਰੇ ਮੈਟਾਫਰ ਲੋਕਾਂ ਦੀ ਜ਼ਿੰਦਗੀ ਚੋਂ ਨਿਕਲਦੇ ਆ। ਅਸੀਂ ਸਿਰਫ ਇਹ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਮੈਟਾਫਰਸ ਨੂੰ ਲੋਕਾਂ ਦੀ ਭਾਸ਼ਾ ਦੇ ਵਿੱਚ ਸੌਖੇ ਤਰੀਕੇ ਨਾਲ ਪੇਸ਼ਕਾਰੀ ਦਾ ਹਿੱਸਾ ਬਣਾਇਆ ਜਾਵੇ। ਬਹੁਤ ਬਹੁਤ ਅੱਛਾ ਉਪਰਾਲਾ ਤੁਸੀਂ ਕਰ ਰਹੇ ਹੋ ਵਿੱਕੀ ਜੀ। ਮੈਂ ਤੁਹਾਨੂੰ ਸ਼ੁਭ ਇੱਛਾਵਾਂ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਹੀ ਲੱਗੇ ਰਹੋ। ਜਾਂਦੇ ਜਾਂਦੇ ਅਸੀਂ ਇੱਕ ਲਾਸਟ ਸਵਾਲ ਹੋਰ ਪੁੱਛਣਾ ਚਾਹਾਂਗਾ ਮੈਂ ਕਿ ਤੁਸੀਂ ਪੰਜਾਬੀ ਰੰਗਮੰਚ ਦੀ ਸਟਰੈਂਥ ਤੇ ਵੀਕਨੈਸ ਕੀ ਸਮਝਦੇ ਹੋ ਇਸ ਵੇਲੇ? ਕਿਸੇ ਵੀ ਭਾਸ਼ਾ ਦੇ ਰੰਗਮੰਚ ਦੀ ਤੇ ਖਾਸ ਤੌਰ ਤੇ ਪੰਜਾਬੀ ਰੰਗਮੰਚ ਦੀ ਇਹ ਦੁਖਾਂਤ ਆ ਕਿ ਸਿਆਸਤ ਹਮੇਸ਼ਾ ਰੰਗਮੰਚ ਨੂੰ ਤੇ ਬਹੁਤੀ ਮੇਰੀ ਰੰਗਕਰਮੀ ਵੀ ਇਸ ਭੁਲੇਖੇ ਦੇ ਵਿੱਚ ਕਿ ਅਸੀਂ ਕਿਤੇ ਸਮਾਜ ਦੇ ਲਈ ਕੰਮ ਕਰਦੇ ਹਾਂ ਤੇ ਅਸੀਂ ਆਪਦੇ ਆਪ ਨੂੰ ਵੱਖਰੇ ਸਮਝ ਲੈਂਦੇ ਹਾਂ, ਜਿਵੇਂ ਬਾਕੀ ਅਦਾਰੇ ਆ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸੁੰਨੇ ਸਾਜ ਸੁਨੇ ਸਰਕਾਰ ਨਾਂ ਦੀ ਕੈਂਪੇਨ ਦੇਸ਼ ਦੇ ਵਿੱਚ ਚੱਲੀ, ਉਹ ਕਿਉਂ ਚੱਲੀ? ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਕੋਈ ਥੀਏਟਰ ਕਰਦਾ ਉਹ ਕੋਈ ਗੁਨਾਹ ਨਹੀਂ ਕਰਦਾ, ਇਹ ਸਿਆਸਤ ਦੀ ਮਤਲਬ ਨਲਾਇਕੀ ਆ ਕਿ ਉਹ ਥੀਏਟਰ ਨੂੰ ਐਜੂਕੇਸ਼ਨ ਦਾ, ਥੀਏਟਰ ਨੂੰ ਸੁਸਾਇਟੀ ਦਾ, ਇੰਟਰਟੇਨਮੈਂਟ ਦਾ, ਜਿੱਥੇ ਲੋਕਾਂ ਨੂੰ ਰੋਟੀ ਨਹੀਂ ਦਿੱਤੀ ਜਾ ਰਹੀ ਉੱਥੇ ਇੰਟਰਟੇਨਮੈਂਟ ਬਹੁਤ ਚੌਥੇ ਪੰਜਵੇਂ ਨੰਬਰ ਤੇ ਆਉਂਦੀ ਆ। ਇਸੇ ਕਰਕੇ ਕਲਾਕਾਰਾਂ ਦਾ ਜਿਹੜਾ ਪੱਖ ਆ ਉਹ ਪਿੱਛੇ ਚਲਾ ਜਾਂਦਾ। ਇਹੀ ਗੱਲ ਕਿ ਜਿਹੜੇ ਕਲਾਕਾਰ ਆ ਉਹਨਾਂ ਨੂੰ ਵੀ ਕਲਾ ਕਾਮਿਆਂ ਦਾ ਦਰਜਾ ਮਿਲਣਾ ਚਾਹੀਦਾ, ਆਰਟ ਵਰਕਰਸ ਕਿਹਾ ਜਾਣਾ ਚਾਹੀਦਾ, ਜਿਵੇਂ ਬਾਕੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਨਰੋਲ ਕਰਕੇ ਸਰਕਾਰੀ ਤੌਰ ਤੇ ਇਹ ਮਤਲਬ ਲੋਕ ਇਸ ਇੰਡਸਟਰੀ ਦੇ ਵਿੱਚੋਂ, ਮਤਲਬ ਮੈਂ ਕਹਿੰਦਾ ਵੀ ਇਹਨੂੰ ਇੰਡਸਟਰੀ ਨਾਲੋਂ ਜਦੋਂ ਸੈਕਟਰ ਕਹੋ ਤੇ ਸੈਕਟਰ ਕਹਿੰਦੇ ਆ ਇਹ ਸਮਝ ਪੈਂਦੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਥੀਏਟਰ ਇਸ ਕਰਕੇ ਵੀ ਛੱਡ ਦਿੰਦੇ ਕਿ ਇਹ 'ਚ ਰੋਟੀ ਨਹੀਂ ਕਮਾਈ ਜਾ ਸਕਦੀ। ਉਹਨਾਂ ਦੀ ਕਲਾ ਨੂੰ ਸਰਕਾਰ ਇਹ ਨਿਸ਼ਚਿਤ ਕਰੇ ਕਿ ਉਹਨੂੰ ਐਜੂਕੇਸ਼ਨ 'ਚ ਯੂਜ਼ ਕੀਤਾ ਜਾਵੇ, ਉਹਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਮਾਸਟਰਸ ਆਫ ਥੀਏਟਰ ਕਰਕੇ ਆਉਂਦੇ ਨੇ, ਬੈਚਲਰ ਆਫ ਥੀਏਟਰ ਕਰਕੇ ਆਉਂਦੇ ਨੇ, ਉਹਨਾਂ ਨੂੰ ਵੀ ਗਵਰਨਮੈਂਟ ਜੌਬ ਤੇ ਰੱਖਿਆ ਜਾਵੇ। ਪਬਲਿਕ ਸੈਕਟਰ ਦਾ ਅਦਾਰਾ ਬਣੇ ਇੱਕ ਥੀਏਟਰ ਦੇ ਲਈ, ਇੰਟਰਟੇਨਮੈਂਟ ਦੇ ਲਈ, ਤਾਂ ਕਿ ਲੋਕਾਂ ਨੂੰ ਸਸਤੀ ਇੰਟਰਟੇਨਮੈਂਟ ਮਤਲਬ ਇਨ ਮੋਨੇਟਰੀ ਟਰਮਸ ਦਿੱਤੀ ਜਾ ਸਕੇ ਤੇ ਨਾਲ ਹੀ ਥੀਏਟਰ ਵਾਲਿਆਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾ ਸਕੇ। ਬਹੁਤ ਵੱਡਾ ਸਵਾਲ ਹੈ। ਪੰਜਾਬੀ ਰੰਗਮੰਚ ਵਿੱਚ ਕੋਈ ਕਮੀ ਨਹੀਂ, ਲੋਕ ਮਤਲਬ ਹਰ ਤਰੀਕੇ ਨਾਲ ਹਰ ਤਰੀਕੇ ਦੀ ਕੋਸ਼ਿਸ਼ ਕਰਕੇ ਕੰਮ ਕਰ ਰਹੇ ਨੇ। ਬਸ ਉਹਦੇ 'ਚ ਕਮੀ ਸਿਰਫ ਇਹ ਆ ਕਿ ਸਰਕਾਰ ਆਪਦਾ ਫਰਜ਼ ਆ ਜਿਹੜਾ ਨਹੀਂ ਨਿਭਾ ਰਹੀ, ਤੇ ਥੀਏਟਰ ਵਾਲੇ ਫਿਰ ਜਦੋਂ ਤੱਕ ਸਰਕਾਰ ਸਹੀ ਟਰੈਕ ਤੇ ਨਹੀਂ ਆਏਗੀ, ਅਸੀਂ ਜਿਹੜਾ ਉਹ ਬਿਗਲ ਵਜਾਉਣ ਵਾਲਾ, ਡਫਲੀ ਖੜਕਾ ਕੇ ਲੋਕਾਂ ਨੂੰ ਚੇਤਨ ਕਰਨ ਵਾਲਾ, ਤਾਂ ਕਿ ਕਲਾ ਸਭ ਦੇ ਹਿੱਸੇ ਆ ਸਕੇ, ਉਹ ਕੰਮ ਆ ਜਿਹੜਾ ਅਸੀਂ ਲਗਾਤਾਰ ਜਾਰੀ ਆ ਤੇ ਉਹ ਜਾਰੀ ਰਹੇਗਾ ਤਾਂ ਕਿ ਸਿਆਸਤ ਨੂੰ ਉਸ ਹਥੌੜੇ ਨਾਲ ਤੋੜਦਿਆਂ ਇੱਕ ਨਵੇਂ ਰੂਪ ਵਿੱਚ ਲਿਜਾਇਆ ਜਾ ਸਕੇ। ਤੇ ਨਾਲ ਦੀ ਨਾਲ ਹੀ ਇਹ ਵੀ ਕਿ ਜਿੱਦਾਂ ਇਹ ਕੋਸ਼ਿਸ਼ ਹੋਈ ਹੈ, ਜਿੱਦਾਂ ਇਹ ਕੋਸ਼ਿਸ਼ ਕੀਤੀ ਹੈ ਗੁਰਵਿੰਦਰ ਜੀ ਨੇ ਇੱਕ ਆਨਲਾਈਨ ਥੀਏਟਰ ਫੈਸਟੀਵਲ ਦੀ, ਮਤਲਬ ਕੀ ਲੋਕਾਂ ਨੂੰ ਬੰਨ ਕੇ ਰੱਖਿਆ ਜਾ ਸਕਦਾ? ਨਹੀਂ, ਲੋਕ ਬਾਹਰ ਨਿਕਲਣਗੇ, ਜ਼ਿੰਦਗੀ ਨੂੰ ਆਮ ਹੋਣਾ ਹੀ ਪਏਗਾ, ਇਹਦਾ ਹੋਰ ਕੋਈ ਸਬਸਟੀਟਿਊਟ ਨਹੀਂ। ਪਰ ਆਨਲਾਈਨ ਤਰੀਕੇ ਤੇ ਵੀ ਤੁਸੀਂ ਆਪਦੇ ਘਰ 'ਚ ਬੈਠੇ ਹੋ, ਗੁਰਵਿੰਦਰ ਜੀ ਇੱਕ ਹੋਰ ਜਗ੍ਹਾ ਤੇ ਬੈਠ ਕੇ ਪੂਰਾ ਫੈਸਟੀਵਲ, ਕਿੰਨੀਆਂ ਹਸਤੀਆਂ ਨੂੰ ਇਕੱਠੇ ਕਰ ਰਹੇ ਨੇ, ਕਿੰਨੇ ਲੋਕ ਜੁੜੇ ਹੋਏ ਨੇ ਇਸ ਸਾਰੇ ਨਾਲ, ਟੀਮ ਨੂੰ ਦੁਬਾਰਾ ਇਕੱਠੇ ਹੋਣ ਦਾ ਮੌਕਾ ਮਿਲਦਾ। ਸੋ ਆਨਲਾਈਨ ਮੀਡੀਅਮ ਦੇ ਨਾਲ ਵੀ ਜਿੰਨੀ ਗੱਲ ਆਪਦੀ ਕਹੀ ਜਾ ਸਕਦੀ ਆ, ਜਿੰਨੇ ਸਵਾਲ ਉਠਾਏ ਜਾ ਸਕਦੇ ਆ, ਲੋਕਾਂ ਨੂੰ ਜੇ ਸਹੀ ਟਰੈਕ ਤੇ ਮਤਲਬ ਸਿਆਸਤ ਨੂੰ ਸਹੀ ਟਰੈਕ ਤੇ ਲਿਆਉਣ ਦਾ ਕੰਮ ਕੀਤਾ ਜਾ ਸਕਦਾ, ਉਹ ਵੀ ਆਨਲਾਈਨ ਕਰਦੇ ਰਹਿਣਾ ਚਾਹੀਦਾ। ਸਾਡੀਆਂ ਬੋਹੇਮੀਅਨ ਥੀਏਟਰ ਗਰੁੱਪ ਨੂੰ, ਵੀ ਮੰਚ ਨੂੰ,
ਤੇ ਤੁਹਾਡਾ ਇਸ ਦੇ ਲਈ, ਕਿਉਂਕਿ ਤੁਸੀਂ ਵੀ ਪੰਜਾਬ ਦੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਹੋ। ਤੁਸੀਂ ਪੰਜਾਬ ਦੇ ਦੁਬਾਰਾ ਥੀਏਟਰ ਦੇ ਵਿੱਚ ਆ ਕੇ ਉਹ ਐਕਸਪੈਰੀਮੈਂਟਸ ਨੂੰ ਕਰਵਾਉਣ ਦੇ ਲਈ ਭਵਿੱਖ ਦੇ ਵਿੱਚ ਵੀ ਆਪਦੀ ਯੋਜਨਾਬੰਦੀ ਨੂੰ ਹੋਰ ਪੱਕੇਰਾ ਕਰੋਗੇ, ਤੇ ਇੱਕ ਟ੍ਰੇਨਡ ਇੰਸਟ੍ਰਕਟਰ ਤੇ ਇੱਕ ਸਾਥੀ ਪੰਜਾਬ ਦੇ ਰੰਗਮੰਚ ਨੂੰ ਮਿਲੇਗਾ। ਮੈਨੂੰ ਲੱਗਦਾ ਪੰਜਾਬ ਦੇ ਰੰਗਮੰਚ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਵਿੱਕੀ ਜੀ, ਬਹੁਤ ਵਧੀਆ ਤੁਸੀਂ ਇਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ। ਮੈਂ ਇੱਕ ਕੁਐਸਚਨ ਪੁੱਛਣਾ ਭੁੱਲ ਗਿਆ ਸੀ, ਮੈਂ ਇੱਕ ਵਾਰੀ ਜਾਂਦੇ ਜਾਂਦੇ ਉਸਨੂੰ ਪੁੱਛ ਲੈਣਾ ਚਾਹੁੰਦਾ ਕਿ ਜਦੋਂ ਤੁਸੀਂ ਨਾਟਕ ਦੇ ਵਿੱਚ ਸਿੰਬਲ ਯੂਜ਼ ਕਰਦੇ ਹੋ ਜਾਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਯੂਜ਼ ਕਰਦੇ ਹੋ, ਤਾਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਉਂਦਾ ਹੈ ਕਿ ਇਸ ਸੀਨ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ, ਜਾਂ ਇਸ ਐਕਟਰ ਦਾ ਜੋ ਹੈ ਉਹ ਇਸ ਤਰੀਕੇ ਦੇ ਨਾਲ ਉਹ ਮਟੀਰੀਅਲ ਯੂਜ਼ ਕਰੇਗਾ, ਜਾਂ ਇਸ ਸਿੰਬਲ ਦੇ ਨਾਲ ਉਹ ਜੋ ਹੈ ਉਹ ਤੁਹਾਡੀ ਕਹਾਣੀ ਅੱਗੇ ਵਧੇਗੀ? ਇਹਦੇ ਵਾਸਤੇ ਤੁਸੀਂ ਕਿੰਨੀ ਕੁ ਵਾਰੀ ਇੰਪਰੋਵਾਈਜ਼ ਕਰਦੇ ਹੋ ਜਾਂ ਡਿਵਾਈਸ ਕਰਦੇ ਹੋ, ਜਾਂ ਕਿੰਨੀ ਕੁ ਤੁਹਾਨੂੰ ਦਿਮਾਗੀ ਤੌਰ ਤੇ ਕਸਰਤ ਕਰਨੀ ਪੈਂਦੀ ਹੈ? ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਦੇਰ ਲਈ ਇੱਕ ਮਟੀਰੀਅਲ ਸਾਨੂੰ ਚੰਗਾ ਲੱਗਦਾ ਹੈ, ਲੇਕਿਨ ਥੋੜੀ ਦੇਰ ਬਾਅਦ ਉਹ ਵਰਕ ਕਰਨਾ ਬੰਦ ਹੋ ਜਾਂਦਾ ਹੈ। ਦੂਜੀ ਵਾਰ ਨੂੰ ਦੂਜਾ ਸਿੰਬਲ ਵਧੀਆ ਲੱਗਦਾ ਹੈ, ਫਿਰ ਉਹ ਵਰਕ ਕਰਨਾ ਬੰਦ ਹੋ ਜਾਂਦਾ ਹੈ। ਸੋ ਕਿਉਂਕਿ ਥੀਏਟਰ ਹੈ, ਲਾਈਵ ਪ੍ਰੋਸੈਸ ਹੈ, ਕਿਵੇਂ ਇਸ ਨਤੀਜੇ ਤੇ ਪਹੁੰਚਦੇ ਹੋ ਕਿ ਇਹ ਮਟੀਰੀਅਲ ਹੀ ਹੁਣ ਫਾਈਨਲ ਪ੍ਰੋਡਕਸ਼ਨ ਦੇ ਵਾਸਤੇ ਯੂਜ਼ ਹੋਏਗਾ, ਜਾਏਗਾ ਐਜ਼ ਐਨ ਐਕਟਰ, ਇਹੀ ਸਿੰਬਲ ਜਿਹੜਾ ਉਹ ਕਹਾਣੀ ਨੂੰ ਅੱਗੇ ਤੋਰੇਗਾ? ਵਿਪਨ ਜੀ, ਇਹ ਸਵਾਲ ਮੇਰੇ ਲਈ ਵੀ ਇੰਟਰਸਟਿੰਗ ਆ, ਕਿਉਂਕਿ ਇਹਨੂੰ ਸ਼ਾਇਦ ਸ਼ਬਦਾਂ 'ਚ ਕਦੇ ਵੀ ਪਹਿਲਾਂ ਨਾ ਕਿਹਾ ਹੋਵੇ, ਪਰ ਮਹਿਸੂਸ ਜ਼ਰੂਰ ਕੀਤਾ। ਅਸੀਂ ਜਦੋਂ ਵੀ ਕੋਈ ਪ੍ਰੋਸੈਸ ਸ਼ੁਰੂ ਕਰਦੇ ਹਾਂ ਤੇ ਅਸੀਂ ਹਮੇਸ਼ਾ ਇੱਕ ਖਾਲੀ ਸਪੇਸ ਤੇ ਐਕਟਰ ਦੀ ਬੋਡੀ ਦੇ ਨਾਲ ਸ਼ੁਰੂ ਕਰਦੇ ਹਾਂ। ਫਿਰ ਜਿਸ ਵਿਸ਼ੇ ਤੇ ਕੰਮ ਹੋ ਰਿਹਾ ਹੁੰਦਾ, ਮਤਲਬ ਜੇ ਅੱਜ ਦੀ ਪੇਸ਼ਕਾਰੀ ਦੀ ਗੱਲ ਕਰੀਏ ਤੇ ਉਹਦੇ 'ਚ ਸਿਰਫ ਲੋਕਾਂ ਦੇ ਖਾਲੀ ਬਰਤਨ ਨੇ ਤੇ ਉਹ ਚੁੱਲ੍ਹੇ ਨੇ। ਉਹ ਚੁੱਲ੍ਹੇ ਨੇ ਜਿਹੜੇ ਚੁੱਲ੍ਹੇ ਮਤਲਬ ਕਦੇ ਬਿਹਾਰ 'ਚ ਬਲ ਰਿਹਾ ਉਹ ਚੁੱਲ੍ਹਾ ਤੇ ਕਦੇ ਬੰਬੇ ਦੀ ਕਿਸੇ ਫੈਕਟਰੀ ਦੇ ਨਾਲ ਬਣੀ ਹੋਈ ਝੁੱਗੀ ਝੌਂਪੜੀ 'ਚ ਜਾ ਕੇ ਬਣਦਾ। ਉਸ ਮਟੀਰੀਅਲ ਨੂੰ ਸਿਲੈਕਟ ਕਰਦੇ ਆ ਕਿ ਉਸ ਸਟੋਰੀ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਕਿਹੜੀ ਉਹ ਚੀਜ਼ ਆ ਜਿਹੜੀ ਲੋਕਾਂ ਮਤਲਬ ਹਰ ਕਿਸੇ ਨੂੰ, ਮਤਲਬ ਜੇ ਕੋਈ ਵਿਜ਼ੂਅਲੀ ਵੀ ਦੇਖੇ, ਕਿਉਂਕਿ ਮੈਟਾਫੋਰਿਕਲ ਕੰਮ ਦੇ ਵਿੱਚ ਪ੍ਰਤੀਕਾਤਮਕ ਸ਼ੈਲੀ 'ਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹ ਜਿਹੜਾ ਵਿਜ਼ੂਅਲ ਦਿਖਾਇਆ ਜਾ ਰਿਹਾ, ਜੇ ਉਹਦੇ 'ਚ ਸ਼ਬਦ ਹੈ ਨਹੀਂ ਤੇ ਉਹ ਲੋਕਾਂ ਨੂੰ ਸਮਝ ਪੈਣਾ ਚਾਹੀਦਾ। ਤੇ ਸਮਝ ਪੈਣ ਦੇ ਲਈ ਜਦੋਂ ਤੁਸੀਂ ਇੱਕ ਖਾਲੀ ਭਾਂਡਾ 2 ਇੱਟਾਂ ਤੇ ਰੱਖ ਕੇ ਇੱਕ ਚੁੱਲ੍ਹਾ ਬਣਾਉਂਦੇ ਹੋ ਤੇ ਉਹਦੇ 'ਚ ਉਹ ਸਾਰੀਆਂ ਖਬਰਾਂ ਪੱਕ ਰਹੀਆਂ, ਜਿਹੜੀਆਂ ਖਬਰਾਂ ਲੋਕਾਂ ਨੇ ਸੜਕਾਂ ਦੇ ਉੱਤੇ ਦੇਖੀਆਂ, ਤੇ ਫਿਰ ਉਹੀ ਮਟੀਰੀਅਲ ਸਿਲੈਕਟ ਹੋ ਪਾਉਂਦਾ। ਉਸ ਤੋਂ ਬਾਹਰ ਦੀ ਚੀਜ਼ ਸੋਚੀ ਹੋਈ ਨਹੀਂ ਜਾ ਸਕਦੀ। ਜੇ ਇੱਕ ਵੀ ਆਬਜੈਕਟ ਸਟੇਜ ਤੇ ਏਦਾਂ ਦਾ ਲਿਆਂਦਾ ਜਾਵੇ ਜਿਹੜਾ ਵਿਜ਼ੂਅਲੀ ਇੱਕ ਟਾਈਮ ਤੇ ਅਪੀਲ ਕਰਦਾ, ਪਰ ਜਦੋਂ ਉਹਨੂੰ ਮਤਲਬ ਇੱਕ ਪੂਰੇ ਇਮੇਜ ਦੇ ਤੌਰ ਤੇ ਦੇਖਦੇ ਆ, ਇੱਕ ਪੂਰੇ ਸੈੱਟ ਦੇ ਵਿੱਚ ਦੇਖਦੇ ਆ, ਉਹ ਚੀਜ਼ ਖੁਦ ਮਤਲਬ ਆਪਦੀ ਜਿਹੜੀ ਪ੍ਰੈਜ਼ੈਂਸ ਆ, ਆਪਦੀ ਐਗਜ਼ਿਸਟੈਂਸ ਆ, ਉਹ ਇਹ ਵਾਧੂ ਬੋਝ ਦੇ ਤੌਰ ਤੇ ਲੱਗਣ ਲੱਗ ਜਾਂਦੀ ਆ, ਤੇ ਮਟੀਰੀਅਲ ਸੁੱਕੜਦਾ ਉੱਥੇ ਹੀ ਆ ਜਾਂਦਾ ਜਿੰਨੇ ਦੀ ਉਸ ਕਹਾਣੀ ਨੂੰ ਲੋੜ ਆ, ਤੇ ਕਹਾਣੀ ਖੁਦ ਆਪਦੇ ਆਪ ਨੂੰ ਡਿਵੈਲਪ ਕਰਨ ਦੇ ਰਾਸਤੇ ਤੇ ਚੱਲ ਪੈਂਦੀ ਹੈ। ਬਹੁਤ ਵਧੀਆ ਲੱਗਾ ਵਿੱਕੀ ਜੀ, ਤੁਹਾਡੀ ਪੰਜਾਬੀ ਰੰਗਮੰਚ ਨੂੰ ਕਿਵੇਂ ਹੋਰ ਰਚਨਾਤਮਕ ਬਣਾਇਆ ਜਾ ਸਕਦਾ ਉਹਦੇ ਬਾਰੇ ਸੋਚ ਤੁਹਾਡੀ ਦਾ ਪਤਾ ਲੱਗਾ, ਸਾਡੇ ਦਰਸ਼ਕਾਂ ਨੂੰ ਪਤਾ ਲੱਗਾ। ਨਾਲੇ ਇਹ ਵੀ ਪਤਾ ਲੱਗਾ ਕਿ ਸਾਡੇ ਮੋਗਾ ਸ਼ਹਿਰ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਮ ਕਰਨ ਵਾਲੀ ਟੀਮ ਵੀ ਹੈਗੀ ਹੈ, ਜੋ ਨੀਲਮ ਮਾਨ ਸਿੰਘ ਜੀ ਦੀ ਸ਼ੈਲੀ ਨੂੰ ਅੱਗੇ ਲੈ ਕੇ ਜਾਂ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਬਹੁਤ ਵਧੀਆ, ਫੋਲੋ ਕਰਨਾ ਵੀ ਕਿਸੇ ਗ੍ਰੇਟ ਬੰਦੇ ਨੂੰ ਬਹੁਤ ਵਧੀਆ ਗੱਲ ਹੁੰਦੀ ਹੈ, ਤੇ ਪੰਜਾਬੀ ਰੰਗਮੰਚ ਦੇ ਵਿੱਚ ਇਸ ਵੇਲੇ ਇਸ ਤਰੀਕੇ ਦੇ ਐਕਸਪੈਰੀਮੈਂਟ ਹੋਣ ਦੀ ਬਹੁਤ ਲੋੜ ਹੈ, ਤਾਂ ਕਿ ਸਾਡਾ ਜਿਹੜਾ ਰੰਗਮੰਚ ਆ ਉਹ ਨੈਸ਼ਨਲ ਲੈਵਲ ਦੇ ਉੱਤੇ ਦਿੱਲੀ, ਬੰਬੇ, ਸਾਊਥ, ਬੰਗਲੌਰ, ਇੰਟਰਨੈਸ਼ਨਲ ਲੈਵਲ ਦੇ ਰੰਗਮੰਚ ਦੇ ਨਾਲ ਕੰਪੀਟ ਕਰ ਸਕੇ। ਸੋ ਬਹੁਤ ਬਹੁਤ ਤੁਹਾਨੂੰ ਸ਼ੁਭ ਇੱਛਾਵਾਂ ਮੇਰੇ ਵੱਲੋਂ, ਇਸ ਤਰੀਕੇ ਦੇ ਨਾਲ ਹੀ ਕੰਮ ਕਰਦੇ ਰਹੋ। ਬਹੁਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਚਰਚਾ ਦਾ ਵਿਸ਼ੇ, ਜਿਹਦੇ ਵਿੱਚ ਤੁਸੀਂ ਸਿੰਬੋਲਿਜ਼ਮ, ਮਟੀਰੀਅਲਿਸਟਿਕ ਅਪਰੋਚ, ਥੀਏਟਰ ਨੂੰ ਕਿਵੇਂ ਅਸੀਂ ਇੱਕ ਨਾਟਕ ਦੇ ਰਾਹੀਂ ਉਸਨੂੰ ਡਿਜ਼ਾਈਨ ਕਰ ਸਕਦੇ ਹਾਂ, ਉਸ ਤਰੀਕੇ ਦੇ ਨਾਲ ਇੱਕ ਪਰਫਾਰਮੈਂਸ ਕ੍ਰੀਏਟ ਕਰ ਸਕਦੇ ਹਾਂ। ਸੋ ਅੱਜ ਦੀ ਚਰਚਾ ਦੇ ਵਿੱਚ ਅਸੀਂ ਹੁਣ ਅਲਵਿਦਾ ਲੈਂਦੇ ਹੋਏ ਤੁਹਾਨੂੰ ਕੱਲ ਦੇ ਬਾਰੇ ਦੱਸ ਦਿੰਦੇ ਹਾਂ ਕਿ ਕੱਲ ਵੀ 20 ਮੰਚ ਜਿਹੜਾ ਹੈ ਉਹ 11ਵੇਂ ਦਿਨ ਦੇ ਵਿੱਚ ਪ੍ਰਵੇਸ਼। ਸੋ ਹੁਣ ਅਸੀਂ ਚਰਚਾ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਵਿੱਕੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਐਡਾ ਵਧੀਆ ਨਾਟਕ ਪੇਸ਼ ਕੀਤਾ। ਥੈਂਕ ਯੂ। ਸ਼ੁਕਰੀਆ ਵਿਪਿਨ, ਔਰ ਇਸ ਮੰਚ ਦਾ ਸਮਾਂ ਦੇਣ ਦੇ ਲਈ ਤੇ ਟੀਮ ਨੂੰ ਇਨਵਾਈਟ ਕਰਨ ਦੇ ਲਈ, ਤੇ ਤੁਹਾਡਾ ਇਸ ਚਰਚਾ ਨੂੰ ਆਪਦੇ ਸਵਾਲਾਂ ਦੇ ਨਾਲ ਹੋਰ ਅਮੀਰ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਸੋ ਪਿਆਰੇ ਦਰਸ਼ਕੋ, ਇਹ ਸੀ ਸਾਡੀ ਗੱਲਬਾਤ ਵਿੱਕੀ ਮਹੇਸ਼ਰੀ ਦੇ ਨਾਲ, ਜੋ ਕਿ ਮੋਗਾ ਸ਼ਹਿਰ ਦੇ ਵਿੱਚ ਐਕਸਪੈਰੀਮੈਂਟਲ ਥੀਏਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪੰਜਾਬੀ ਰੰਗਮੰਚ ਦੇ ਵਿੱਚ ਇੱਕ ਨਿਵੇਕਲਾ ਯੋਗਦਾਨ ਦੇਣ ਦੇ ਲਈ ਪ੍ਰਯਾਸਰਤ ਹੈ। ਸੋ ਕੱਲ ਸਾਡਾ ਵੀ ਮੰਚ ਦਾ ਵਰਚੁਅਲ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ 11ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਕੱਲ ਵੀ ਇਸੇ ਤਰੀਕੇ ਦੇ ਨਾਲ ਅਸੀਂ ਲਾਈਵ ਹੋਵਾਂਗੇ ਸ਼ਾਮ ਨੂੰ 8 ਵਜੇ, ਜਿਹਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਸੁਨਹਿਰੀ ਬੋਲ ਕਰਨਗੇ ਨਵਨਿੰਦਰ ਬਹਿਲ ਜੀ। ਉਸ ਤੋਂ ਬਾਅਦ ਰੂਬਰੂ ਹੋਣਗੇ ਕੇਸਰ ਖਾਨ ਜੀ, ਜੋ ਕਿ ਪਾਕਿਸਤਾਨ ਤੋਂ ਆਪਣੇ ਪੇਸ਼ਾਵਰ ਐਕਸਪ੍ਰੈਸ ਨਾਟਕ ਦੀ ਪੇਸ਼ਕਾਰੀ ਲੈ ਕੇ ਆਉਣਗੇ। ਸੋ ਕੱਲ ਤੱਕ ਲਈ ਅਲਵਿਦਾ, ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਮੰਚ ਗਏ। देखो ये इंसानी रिश्ते अज किधर नू जा रहे हो, जेड़ा भुख भुख करदा मर गया, ओदी लाश ते मंग मंग खा रहे, ओदी लाश ते मंग मंग खा रहे। है मेरी दर्द कहानी, मैं नहीं हाँ समेदा हानी, जिंदगी दी उलझी है तानी, रोटी पैंदी मंग के खानी। मैनू केवल एक ही दुख है, दिन वेले क्यों लगदी भुख है, भुख ही दुख है, दुख ही भुख है। माई चली चली माई सुपने दी खोज दे, अपनी ही धुनी विच अपनी ही मौज दे। माई चली चली माई सुपने दी खोज दे, अपनी ही धुनी विच अपनी ही मौज दे। माई चली